ਦੋਸਤੋ ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ASP TV। ਮੈਂ ਜਗਸੀਰ ਸਿੰਘ ਸੰਧੂ ਹਾਜ਼ਰਾਂ ਪ੍ਰੋਗਰਾਮ ਘੁੰਤਰੀ ਲਾਈਵ ਲੈ ਕੇ। ਇਸ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਪੰਜਾਬ ਦੀ ਨੌਜਵਾਨੀ ਬਾਰੇ, ਕਿਉਂਕਿ ਪੰਜਾਬ ਦੀ ਨੌਜਵਾਨੀ ਨੇ ਇਸ ਵੇਲੇ ਇੱਕ ਅਜਿਹੀ ਕਰਵਟ ਖਾਧੀ ਹੈ, ਸ਼ਾਇਦ ਇਹ ਇਤਿਹਾਸ ਦਾ ਇੱਕ ਨਵਾਂ ਅਧਿਆਇ ਹੈ ਜਿਹੜਾ ਉਹ ਸ਼ੁਰੂ ਹੋਣ ਜਾ ਰਿਹਾ ਹੈ। ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਬਾਅਦ ਜੇ ਆਪਾਂ ਕਹਿ ਸਕਦੇ ਹਾਂ ਤਾਂ ਜਿਸ ਤਰ੍ਹਾਂ ਨੌਜਵਾਨ ਕਿਸਾਨੀ ਮੁੱਦਿਆਂ ਨੂੰ ਲੈ ਕੇ ਪਿੰਡਾਂ ਦੇ ਵਿੱਚ ਬਾਹਰ ਨਿਕਲਿਆ ਗਾ, ਸੜਕਾਂ 'ਤੇ ਆਇਆ, ਧਰਨਿਆਂ ਨੂੰ ਲੈ ਕੇ ਆਇਆ ਗਾ। ਸੋ ਇਹ ਕਾਫੀ ਲੰਬੇ ਸਮੇਂ ਬਾਅਦ ਇਹ ਬਦਲਾਅ ਜਿਹੜਾ ਦੇਖਣ ਨੂੰ ਮਿਲ ਰਿਹਾ ਗਾ। ਸੋ ਇਹਦੇ 'ਤੇ ਆਪਾਂ ਅੱਜ ਗੱਲਬਾਤ ਕਰਾਂਗੇ ਜੁਗਰਾਜ ਸਿੰਘ ਧੌਲਾ ਜੀ ਨਾਲ, ਜਿਹੜੇ ਕਿ ਇੱਕ ਟੀਚਰ ਵੀ ਨੇ, ਇੱਕ ਲੇਖਕ ਵੀ ਨੇ, ਇੱਕ ਬੁੱਧੀਜੀਵੀ ਨੇ, ਅਤੇ ਜਿਹੜੇ ਬੇਸਿਕਲੀ ਸੰਘਰਸ਼ਾਂ ਦੇ ਵਿੱਚੋਂ ਨਿਕਲ ਕੇ ਆਏ ਨੇ। ਬਹੁਤ ਸਾਰੇ ਸੰਘਰਸ਼ਾਂ ਦੇ ਨਾਲ ਇਹਨਾਂ ਦਾ ਵਾਹ ਵਾਸਤਾ ਰਿਹਾ ਗਾ, ਜਿਹੜੇ ਕਿ ਅਸਲ ਮਾਇਨਿਆਂ ਦੇ ਵਿੱਚ ਕਹਿ ਸਕਦੇ ਹਾਂ ਤਾਂ ਲੋਕ ਮਨਾਂ ਨੂੰ ਪੜ੍ਹਨ ਵਾਲੇ ਕਹਿ ਲਈਏ ਅਜਿਹੇ ਲੇਖਕ ਨੇ, ਅਜਿਹੇ ਇੱਕ ਬੁੱਧੀਜੀਵੀ ਵਰਗ ਦੇ ਵਿੱਚ ਆਉਂਦੇ ਨੇ। ਉਹ ਜੁਗਰਾਜ ਧੌਲਾ ਜੀ, ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਧੌਲਾ ਸਾਹਿਬ ਦਾ ਕਰਦੇ ਹਾਂ ਸਵਾਗਤ। ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਧੌਲਾ ਸਾਹਿਬ, ਤੁਸੀਂ ਸਮਾਂ ਕੱਢਿਆ। ਸੰਧੂ ਸਾਹਿਬ ਤੁਹਾਡਾ ਧੰਨਵਾਦ। ਤੁਸੀਂ ਆਪਣੇ ਚੈਨਲ ਰਾਹੀਂ ਇੱਕ ਅਹਿਮ ਗੱਲ ਮੇਰੇ ਰਾਹੀਂ ਕਰ ਰਹੇ ਹੋ। ਸੋ ਮੈਂ ਸਾਰੇ ਦਰਸ਼ਕਾਂ ਦਾ, ਸਾਰੇ ਸਰੋਤਾਂ ਦਾ, ਖਾਸ ਤੌਰ 'ਤੇ TV ਦੇ ਤੁਹਾਡੇ ਸਟਾਫ ਦਾ ਔਰ ਬੇਟਾ ਤੇਰਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ। ਧੌਲਾ ਸਾਹਿਬ, ਸਿੱਧਾ ਮੁੱਦੇ ਦੀ ਗੱਲ ਕਰੀਏ ਤਾਂ ਨੌਜਵਾਨੀ ਨੂੰ ਕਿਵੇਂ ਦੇਖਦੇ ਹੋ? ਅੱਜ ਦੀ ਨੌਜਵਾਨੀ ਹੈ ਜਿਹੜੀ, ਅੱਜ ਦਾ ਯੂਥ ਹੈ ਜਿਹੜਾ। ਯੂਥ ਤਾਂ ਵਧੀਆ ਹੁੰਦਾ ਹੈ ਜੀ, ਬਿਲਕੁਲ। ਮਾਪਿਆਂ ਦਾ ਪੁੱਤ ਹੁੰਦਾ ਹੈ ਜੀ, ਲੇਕਿਨ ਸਮੇਂ ਦੇ ਰਾਜ ਕਰਨ ਵਾਲੇ ਜਿਹੜੇ ਲੋਕ ਹੈ ਉਹਨਾਂ ਨੂੰ ਪਤਾ ਹੁੰਦਾ ਵੀ ਯੂਥ ਸ਼ਕਤੀ ਹੈ ਜੀ, ਇੱਕ ਵਹਾਅ ਹੈ। ਸਮਾਜ ਨੂੰ ਬਦਲਣ ਦਾ ਜਿਹੜਾ ਉਹਨਾਂ ਕੋਲ ਟੀਚਾ, ਤਾਂ ਮੈਂ ਕਹਿੰਦੇ ਸਾਂ ਜਿਹੜੇ ਸਮਾਜ ਨੂੰ ਬਦਲਣ ਦੀ ਸ਼ਕਤੀ ਉਹਨਾਂ ਕੋਲ ਹੈ। ਸੋ ਇਸ ਕਰਕੇ ਸਮੇਂ ਦੀਆਂ ਸਰਕਾਰਾਂ, ਕੁਛ ਉਹ ਲੋਕ ਜਿਨ੍ਹਾਂ ਨੂੰ ਪ੍ਰੋਗਰੈਸਿਵ ਗੱਲਾਂ ਤੋਂ ਡਰ ਹੁੰਦਾ ਹੈ, ਉਹ ਯੂਥ ਨੂੰ ਹਮੇਸ਼ਾ ਗੁੰਮਰਾਹ ਕਰਕੇ ਰੱਖਦੇ ਹੈ। ਜੀ, ਬਿਲਕੁਲ। ਕਿਹੜੀਆਂ ਚੀਜ਼ਾਂ ਨਾਲ ਗੁੰਮਰਾਹ ਕਰਕੇ? ਸਭ ਤੋਂ ਵੱਡੀ ਪਹਿਲੀ ਗੱਲ ਇਹ ਹੈ ਕਿ ਯੂਥ ਨੂੰ ਇਤਿਹਾਸ ਦੇ ਨੇੜੇ ਨਹੀਂ ਆਉਣ ਦਿੰਦੇ, ਸੱਭਿਆਚਾਰ ਨੂੰ ਸਮਝਣ ਨਹੀਂ ਦਿੰਦੇ। ਜੀ, ਜਿਵੇਂ ਉਦਾਹਰਨ ਦੇ ਤੌਰ 'ਤੇ ਲਿਖੇ ਵੀ ਅੱਜ ਪੰਜਾਬ ਦਾ ਸੱਭਿਆਚਾਰ ਕਹਿੰਦੇ ਚੇਂਜ ਹੋ ਗਿਆ। ਦੇਖੋ, ਸੱਭਿਆਚਾਰ ਇੱਕ ਦੋ ਦੇਸ਼ਾਂ ਦਾ ਸੱਭਿਆਚਾਰ ਹੈ, ਪੱਛਮ ਦਾ ਅਤੇ ਹਿੰਦੁਸਤਾਨ ਦਾ ਸੱਭਿਆਚਾਰ ਹੈ। ਕਦੇ ਵੀ ਪੱਛਮੀ ਸੱਭਿਆਚਾਰ ਹਿੰਦੁਸਤਾਨ ਦੇ ਸੱਭਿਆਚਾਰ 'ਤੇ ਹਮਲਾ ਨਹੀਂ ਕਰਦਾ ਹੁੰਦਾ। ਜੀ, ਸਲੋ ਪ੍ਰੋਸੈਸ ਰਾਹੀਂ ਇੱਕ ਦੂਜੇ ਨਾਲ ਉਹ ਬਦਲ ਜਾਂਦੇ ਆ। ਇੱਕ ਦੂਜੇ ਦੀ ਚੰਗੀ, ਉਹ ਪੱਛਮ ਦੀ ਚੀਜ਼ ਲੈ ਲਈ, ਚੰਗੀ ਮਤਲਬ ਭਾਰਤ ਦੀ ਚੀਜ਼ ਲੈ ਲਈ, ਹਿੰਦੁਸਤਾਨ ਦੀ ਚੀਜ਼ ਲੈ ਲਈ, ਉਹ ਸੱਭਿਆਚਾਰ ਇੱਕ ਦੂਜੇ ਸਮਾ ਜਾਂਦੇ ਆ। ਲੇਕਿਨ ਇਸ ਟਾਈਮ ਇਹ ਸਮਝਣਾ ਕਿ ਸਾਡੇ ਉੱਤੇ ਕਲਚਰ ਫਰੰਟ ਦੇ ਉੱਤੇ ਪੱਛਮੀ ਜਿਹੜੀ ਸਭਿਅਤਾ ਹੈ ਉਸ ਨੇ ਸਾਡੇ ਸੱਭਿਆਚਾਰ 'ਤੇ ਵਾਕਿਆ ਹਮਲਾ ਕੀਤਾ ਹੋਇਆ, ਜਿਹਦੇ ਵਿੱਚੋਂ ਮੈਂ ਕਹਿੰਦਾ ਵੀ ਫਿਲਮ ਹੈ, ਗੈਰ ਸੱਭਿਆਚਾਰੀ, ਗੈਰ ਮਿਆਰੀ ਫਿਲਮਾਂ ਨੌਜਵਾਨਾਂ ਨੂੰ ਦਿਖਾਈਆਂ ਜਾਂਦੀਆਂ। ਕਈ ਇਹੋ ਜਿਹੇ ਰਸਾਲੇ ਆ ਜਿਹੜੇ ਬਿਲਕੁਲ ਸੈਕਸ ਨਾਲ ਸੰਬੰਧਿਤ, ਤਾਂ ਕਿ ਉਹਨਾਂ ਦਾ ਜਿਹੜਾ ਕਰੈਕਟਰ ਹੈ ਉਹ ਖਰਾਬ ਹੋ ਜੇ। ਅੱਜ ਕੱਲ੍ਹ ਜੇ ਮੈਂ ਇਹਦਾ ਦੇਖਾਂ ਤੁਹਾਡੇ ਮੋਬਾਈਲ ਵਿੱਚ, ਠੀਕ ਹੈ, ਮੈਂ ਮੰਨਦਾ ਵੀ ਜਿਹੜੀ ਸਾਇੰਸ ਦੀ ਕੋਈ ਇਜਾਦ ਹੁੰਦੀ ਹੈ, ਸਾਇੰਸ ਦੀ ਕੋਈ ਕਾਢ ਹੁੰਦੀ ਹੈ, ਉਹ ਮਨੁੱਖੀ ਜੀਵਨ ਵਾਸਤੇ ਉਪਯੋਗੀ ਹੁੰਦੀ ਹੈ। ਲੇਕਿਨ ਉਹਦਾ ਉਪਯੋਗ ਕਿਵੇਂ ਕੀਤਾ ਜਾਵੇ, ਇਹ ਮੇਰਾ ਸਵਾਲ ਹੈ। ਅੱਜ ਕੱਲ੍ਹ ਦੇ ਮੋਬਾਈਲ ਦੇ ਅੰਦਰ ਤਾਂ ਮੈਨੂੰ ਲੱਗਦਾ ਵੀ ਗੈਰ ਅਖਲਾਕੀ ਗੱਲਾਂ ਇੰਨੀਆਂ ਭਰੀਆਂ ਪਈਆਂ, ਪੁੱਛੋ ਨਾ। ਸੋ ਇਸ ਕਰਕੇ ਮੈਂ ਸੋਚਦਾ ਹਿੰਦੁਸਤਾਨ ਦਾ, ਆਪਾਂ ਹਿੰਦੁਸਤਾਨ ਦੇ ਪੈਟਰਨ 'ਤੇ ਗੱਲ ਕਰਦੇ ਹਾਂ। ਹਿੰਦੁਸਤਾਨ ਦਾ ਜਿਹੜਾ ਮਤਲਬ ਨੌਜਵਾਨ ਹੈ, ਸਾਰੇ ਦਾ ਸਾਰਾ ਨਹੀਂ, ਕੁਛ ਨੌਜਵਾਨ ਇਹੋ ਜਿਹਾ ਵੀ ਹੈ ਜਿਹੜਾ ਸਮਾਜ ਨੂੰ ਅੱਗੇ ਲਿਜਾਣ ਵਿੱਚ ਮਤਲਬ ਪੇਸ਼ ਹੋ ਰਿਹਾ ਹੈ। ਉਹ ਤੁਹਾਨੂੰ, ਤੁਸੀਂ ਪੱਤਰਕਾਰ ਹੋ, ਤੁਹਾਨੂੰ ਸਾਰਿਆਂ ਨੂੰ ਵੱਧ ਪਤਾ ਹੈ। ਅਤੇ ਵੱਧ ਨੌਜਵਾਨ ਇਸ ਟਾਈਮ ਸਮੇਂ ਦੀਆਂ ਸਰਕਾਰਾਂ ਨੇ ਗੁੰਮਰਾਹ ਕਰ ਦਿੱਤਾ ਹੈ। ਉਹ ਸੈਕਸ ਦੇ ਪਾਸੇ ਜਾ ਰਿਹਾ ਹੈ, ਉਹ ਸਿੱਧੂ ਮੂਸਾ ਸੁਣ ਰਿਹਾ ਹੈ, ਉਹ ਐਕਟਰਾਂ ਵੱਲ ਜਾ ਰਿਹਾ ਹੈ। ਮੈਂ ਹੁਣੇ ਗੱਲ ਕਰ ਰਿਹਾ ਸੀ ਦਫ਼ਤਰ ਦੇ ਵਿੱਚ, ਉਹ ਦੀਪਿਕਾ ਪਾਦੂਕੋਣ ਵਾਲੀ, ਇੱਕ TV 7 ਦਿਨ ਹੋ ਗਏ ਦੀਪਿਕਾ ਪਾਦੂਕੋਣ ਦੀ ਗੱਲ ਇਹ ਕਰੀ ਜਾਂਦਾ ਵੀ ਉਹ ਡਰੱਗ ਲੈਂਦੀ ਹੈ। ਅਤੇ ਜਦੋਂ ਅਸੀਂ ਉਸ ਇਹਦੇ 'ਚ ਗੱਲ ਇੱਕ ਇਹ ਵੀ ਆ, ਤੁਸੀਂ ਟੀਚਰ ਹੋ, ਲੰਮਾ ਸਮਾਂ ਤੁਸੀਂ ਬੱਚਿਆਂ ਨੂੰ ਪੜ੍ਹਾਇਆ ਵੀ ਹੈ, ਅਤੇ ਇੱਥੇ ਇਹ ਵੀ ਆ। ਹੁਣ ਅਸੀਂ ਅੱਜ ਗੱਲ ਕਰਦੇ ਹਾਂ, TV ਆ ਗਈ, ਮੋਬਾਇਲ ਦੀ ਗੱਲ ਕਰਦੇ ਹਾਂ, ਤਾਂ ਜਿਹੜੀ ਨੌਜਵਾਨੀ ਦੀ ਇੱਕ ਏਜ ਹੈ, ਉਹ ਜਿਹੜੀ ਬੜੀ ਸੈਂਸੀਟਿਵ ਏਜ ਜਿਹਨੂੰ ਅਸੀਂ ਗਣਦੇ ਹਾਂ, ਜਦੋਂ ਬੱਚਾ ਜਵਾਨੀ ਦੇ ਵਿੱਚ ਪੈਰ ਧਰਦਾ ਗਾ,
ਤੇ ਉਹ ਜਦੋਂ ਉਸ ਹੁੰਦਾ ਮੁੰਡਾ ਜਾਂ ਕੁੜੀ ਹੈ, ਕੋਈ ਵੀ ਆਪਾਂ ਕਹਿ ਦਈਏ, ਜਦੋਂ ਉਸ ਅਵਸਥਾ ਦੇ ਵਿੱਚ ਆਉਂਦਾ ਤਾਂ ਉੱਥੇ ਜਿਹੜੀ ਸਾਡੀ ਪੜ੍ਹਾਈ ਹੈ, ਉੱਥੇ ਉਹਨਾਂ ਨੂੰ ਅਸੀਂ ਹੀਰ ਰਾਂਝਾ, ਸੋਹਣੀ ਮਹੀਵਾਲ ਉਹ ਸਿਲੇਬਸ ਕਿਉਂ ਲਾਏ ਹੋਏ ਨੇ? ਕਿਉਂਕਿ ਜੇ ਹਿੰਦੀ ਦੇ ਕਿਤਾਬਾਂ ਚੱਕ ਲੈਣੀਆਂ ਤਾਂ ਮੁਨਸ਼ੀ ਪ੍ਰੇਮ ਚੰਦ ਪੜ੍ਹਾਉਂਦੇ ਆ, ਤੇ ਸਾਡੇ ਵਾਲੇ ਸੱਭਿਆਚਾਰ ਦੇ ਨਾਂ ਦੇ ਉੱਪਰ ਹੁਣ ਅਸੀਂ ਕਿਉਂ ਮੂਸੇ ਵਾਲੇ ਨੂੰ ਜਾਂ ਹੋਰ ਨੂੰ ਤਾਂ ਅਸੀਂ ਕਹੀ ਜਾਂਦੇ ਹਾਂ। ਤੇ ਉਹ ਜਿਹੜਾ ਸਾਡਾ ਸਿਸਟਮ ਆ ਉਹ ਕਿੱਥੇ ਖੜਾ ਹੈਗਾ? ਉਹਨੇ ਨਹੀਂ ਯੂਥ ਨੂੰ ਕੁਝ ਵਿਗਾੜਨ ਦੇ ਵਿੱਚ ਉਹ ਯੋਗਦਾਨ ਨਹੀਂ ਪਾਉਂਦਾ ਹੈ। ਤੁਸੀਂ ਨਾ ਸਵਾਲ ਵਧੀਆ ਕੀਤਾ, ਲੇਕਿਨ ਮੇਰੇ ਸਵਾਲ ਦਾ ਜਵਾਬ, ਮੇਰੇ ਜਵਾਬ ਦਾ ਤੁਸੀਂ ਸਵਾਲ ਕਰ ਲਿਆ। ਮੈਂ ਤਾਂ ਬੇਟਾ ਬਿਲਕੁਲ ਕਹਿ ਰਿਹਾ ਹਾਂ, ਮੈਂ ਕਹਿੰਦਾ ਇਲੈਕਟ੍ਰੋਨਿਕ ਮੀਡੀਆ ਲੱਗਿਆ ਪਿਆ, ਜਿਹੜਾ ਤੁਹਾਡਾ ਪ੍ਰਿੰਟ ਮੀਡੀਆ ਲੱਗਿਆ ਪਿਆ। ਮੈਂ ਕਿਸੇ ਅਖਬਾਰ ਦਾ ਨਾਂ ਨਹੀਂ ਲੈਂਦਾ ਇਸ ਗੱਲ 'ਚ। ਰਸਾਲੇ ਇਹੋ ਜਿਹੇ ਬੜੇ ਨੇ ਜਿਹੜੇ ਮਤਲਬ ਨਾਵਲ ਸਿਲੇਬਸ ਦੇ ਵਿੱਚ ਦਿੱਤਾ ਪਿਆ, ਸਿਲੇਬਸ ਦੇ ਵਿੱਚ ਦਿੱਤਾ ਪਿਆ। ਮੈਂ ਜਿਹੜੀ ਗੱਲ ਕਰਨੀ ਚਾਹੁੰਦਾ ਵੀ ਉਹਨੂੰ ਉੱਥੇ ਜਾ ਕੇ ਮਤਲਬ ਸੋਹਣੀ ਮਹੀਵਾਲ ਉਹਨੂੰ ਮਿਰਜ਼ਾ ਸਾਹਿਬਾਂ ਪੜ੍ਹਾਇਆ ਜਾਂਦਾ ਹੈਗਾ, ਉਹਦੇ ਸਿਲੇਬਸ ਦਾ ਅੰਗ ਬਣਾ ਦਿੱਤਾ ਗਿਆ। ਉਹ ਕੀ ਪੰਜਾਬੀ ਸੱਭਿਆਚਾਰ ਮਿਰਜ਼ਾ ਸਾਹਿਬਾਂ ਤੋਂ ਬਿਨਾਂ ਨਹੀਂ ਹੈਗਾ ਕੁਝ? ਨਹੀਂ, ਦੇਖੋ ਮੈਂ ਇੱਕ ਚੀਜ਼ ਮੰਨਦਾ, ਜਿਹੜਾ ਸਾਡਾ ਕਿੱਸਾ ਸਾਹਿਤ ਹੈ ਜੀ, ਜੇ ਹੀਰ ਦੀ ਗੱਲ ਹੀ ਲੈ ਲਈਏ, ਹੀਰ ਦੇ ਸਮੇਂ ਉਸ ਏਜ ਦੇ ਵਿੱਚ ਪੜ੍ਹਾਉਣਾ ਜ਼ਰੂਰੀ ਆ ਉਹ? ਨਹੀਂ, ਮੈਂ ਇਹੀ ਗੱਲ ਜਵਾਬ ਦਿੰਦਾ। ਹੀਰ ਜਦੋਂ ਹੋਈ ਹੈ ਉਸ ਸਮੇਂ ਫਿਊਡਲ ਯੁੱਗ ਸੀ। ਹੀਰ ਨੇ, ਚਲੋ ਜੇ ਅਸੀਂ ਉਹਨੂੰ ਮੇਰੇ ਅੰਗਲ ਨਾਲ ਪੜ੍ਹਿਆ ਜਾਵੇ ਹੀਰ ਨੂੰ, ਤਾਂ ਘੱਟੋ ਘੱਟ ਉਹਨੇ ਇੱਕ ਸ਼ਰ੍ਹਾ ਦੇ ਵਿਰੁੱਧ, ਫਿਊਡਲ ਸਿਸਟਮ ਦੇ ਵਿਰੁੱਧ, ਪਿਓ ਦੇ ਵਿਰੁੱਧ ਇੱਕ ਬਗਾਵਤ ਕੀਤੀ, ਇੱਕ ਬਗਾਵਤ ਕੀਤੀ ਹੈ, ਜ਼ਿਆਦਾ ਨਹੀਂ। ਲੇਕਿਨ ਮੈਂ ਜਿਹੜੀ ਗੱਲ, ਤੁਸੀਂ ਜਿਹੜੇ ਪੈਟਰਨ ਤੋਂ ਗੱਲ ਕਰਦੇ, ਮੈਂ ਬਾਕਾਇਦਾ ਕਹਿਣਾ, ਇਸ ਗੱਲ ਨੂੰ ਮੈਂ ਤੁਹਾਡੀ ਗੱਲ ਨੂੰ ਤਾਇਦ ਕਰਦਾ ਕਿ ਇਹ ਸੱਭਿਆਚਾਰ ਦਾ ਅੰਗ ਤਾਂ ਹੈਗੇ, ਲੇਕਿਨ ਇਹਨੂੰ ਪੜ੍ਹਾਉਣਾ ਕੋਈ ਜ਼ਰੂਰੀ ਨਹੀਂ। ਜਦੋਂ ਕਿ ਉਸ ਸਮੇਂ ਟੀਨਏਜ, ਚਲੋ ਪੁਰਾਣੇ ਯੁੱਗ 'ਚ ਟੀਨਏਜ ਨੂੰ ਕਹਿੰਦੇ ਸੀ। ਬਿਲਕੁਲ, ਹਾਂਜੀ। ਹਾਂ, ਅੱਜ ਕੱਲ੍ਹ ਉਹ ਸਾਈਕੋਲੋਜਿਸਟਾਂ ਨੇ ਜਿਹੜਾ ਟੀਨ ਏਜ ਵਾਲੀ ਗੱਲ ਹੈ ਉਹ ਬੰਦ ਕਰਤੀ ਹੈ, ਮਤਲਬ ਮੁੱਢਲੀ ਜਵਾਨੀ। ਜਦੋਂ ਮਨੁੱਖ ਮੁੱਢਲੀ ਜਵਾਨੀ 'ਚ ਆਉਂਦਾ, ਮੈਂ ਇਹ ਮੰਨਦਾ ਵੀ ਉਹਦੇ ਸਿਪਟਮਸ ਨੇ ਜਿਹੜੇ ਉਹਦੇ ਸੈਕਸ ਵੱਲ ਵੱਧਦੇ, ਤਾਂ ਵਧਣੇ ਚਾਹੀਦੇ ਹੈ। ਜੇ ਮਤਲਬ ਫਰਜ਼ ਕਰੋ ਉਹਦੀ ਬੋਡੀ ਦੇ ਅੰਦਰ ਸੈਕਸ ਦੀ ਇਸ ਤਰ੍ਹਾਂ ਦੀ ਗੱਲ ਹੁੰਦੀ ਨਹੀਂ, ਤੇ ਫਿਰ ਉਹ ਆਪਦੀ ਔਲਾਦ ਕਿਵੇਂ ਪੈਦਾ ਕਰੂ? ਲੇਕਿਨ ਇਹ ਇੱਥੇ ਹੀ ਮਾਰ, ਮਤਲਬ ਜਿਹੜੇ ਉਹ ਲੋਕ ਨੇ ਸਾਨੂੰ ਇੱਥੇ ਮਾਰ ਦਿੰਦੇ ਆ, ਉਸੇ ਨੂੰ ਐਕਸਾਈਟ ਕਰਦੇ ਆ, ਉਹ ਸੈਕਸ ਨਹੀਂ। ਲੇਕਿਨ ਇੱਕ ਮਰਿਆਦਾ ਹੁੰਦੀ ਹੈ ਸਾਡੇ ਧਰਮ ਦੇ ਵਿੱਚ, ਸਾਡੇ ਮਤਲਬ ਸੱਭਿਆਚਾਰ ਦੇ ਵਿੱਚ। ਮੈਂ ਤੁਹਾਨੂੰ ਉਦਾਹਰਨ ਵਿੱਚ, ਜਦੋਂ ਮੇਰਾ ਵਿਆਹ ਹੋਇਆ, ਮੈਨੂੰ ਇਹ ਵੀ ਨਹੀਂ ਸੀ ਪਤਾ ਬਹੂ ਕੀ ਹੁੰਦੀ ਹੈ। ਮੈਨੂੰ ਸਮਝਾਇਆ ਗਿਆ, ਮੇਰੇ ਕਿਸੇ ਦੋਸਤ ਨੇ ਕਿਹਾ ਵੀ ਤੇਰਾ ਵਿਆਹ ਹੋ ਚੁੱਕਾ ਹੈ, ਆਹ ਚੀਜ਼ ਹੈ। ਤੇ ਜੇ ਮਤਲਬ ਸਿੱਖ ਇਤਿਹਾਸ ਦੇ ਵਿੱਚ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਉਦਾਹਰਨ ਦੇਵਾਂ ਵੀ ਭਾਈ ਜੈਤਾ ਜੀ ਦਾ, ਜਦੋਂ ਭਾਈ ਜੈਤਾ ਜੀ ਦੇ ਫਾਦਰ ਦਾ, ਸਦਾਨੰਦ ਜੀ ਦਾ, ਪੰਡਤਾਂ ਦੀ ਕੁੜੀ ਨਾਲ ਵਿਆਹ ਹੋ ਗਿਆ, ਲਾਜ ਬੀਬੀ ਨਾਲ। ਉਦੋਂ ਬਾਅਦ 'ਚ ਬੀਬੀ ਮਾਤਾ ਗੁਜਰੀ ਜੀ, ਉਹਨਾਂ ਨਾਲ ਪ੍ਰੇਮੋ ਰੱਖਦੇ ਨੇ। ਤੇ ਉਹ ਭਾਈ ਸਦਾਨੰਦ ਜੀ ਕੋਲ ਦੋ ਹੀ ਗੱਲਾਂ ਸੀਗੀਆਂ, ਮਤਲਬ ਇੱਕ ਤਾਂ ਆਪਦੀ ਗੁਰਬਾਣੀ ਦਾ ਲਗਨ ਕੀਰਤਨ ਕਰਨ ਦੀ, ਬਹੁਤ ਉੱਚ ਪਾਏ ਦੇ ਕੀਰਤਨੀ ਸੀ ਉਹ, ਤੇ ਦੂਜੇ ਨੰਬਰ ਦੇ ਉੱਤੇ ਗੁਰੂ ਗੋਬਿੰਦ ਸਿੰਘ ਜੀਆਂ ਦੇ ਨਾਲ ਉਹਨਾਂ ਦੀ ਮਤਲਬ ਨੌਵੇਂ ਪਾਤਸ਼ਾਹ ਜਿਹੜਾ ਜਾਂ ਗੁਰੂ ਘਰ ਨਾਲ ਪਿਆਰ ਸੀ। ਇਹ ਦੋ ਹੀ ਗੱਲਾਂ ਸੀ। ਤੇ ਭੁੱਲ ਹੀ ਗਏ ਲਾਜਵੰਤੀ ਨੂੰ। ਲਾਜਵੰਤੀ ਦੇ ਜਦੋਂ ਸਵਾ ਸਾਲ ਹੋਇਆ, ਬੱਚਾ ਨਾ ਹੋਇਆ, ਤੇ ਉਹਨੂੰ ਮਾਤਾ ਜੀ ਨੇ ਪੁੱਛਿਆ, ਗੁਜਰੀ ਜੀ ਨੇ, ਵੀ ਸਾਨੂੰ ਤੁਸੀਂ ਲਾਲ ਕਦੋਂ ਦੇਣਾ? ਅਸੀਂ ਤਾਂ ਖੇਡੇ ਹੀ ਨਹੀਂ ਬੱਚੇ ਨਾਲ। ਤੇ ਇਹ ਤਾਂ ਮਾੜੀ ਗੱਲ ਹੈ। ਉਹ ਸੰਗਦੀ ਨੇ ਮਾਤਾ ਨੂੰ ਕਿਹਾ ਵੀ ਮਾਂ ਜੀ, ਮੈਂ ਲਾਲ ਕਿਵੇਂ ਦੇਵਾਂ? ਵੀ ਮੈਂ ਹੁਣ ਇਹ ਗੱਲ ਕਹਿ ਨਹੀਂ ਸਕਦਾ ਵੀ ਉਹ ਤਾਂ ਮੈਨੂੰ ਬੁਲਾਉਂਦੇ ਵੀ ਨਹੀਂ, ਜਿਹੜਾ ਆਮ ਸ਼ਬਦ ਕੁੜੀ 'ਚ ਹੁੰਦੇ। ਮਾਤਾ ਜੀ ਨੇ ਫਿਰ ਮਤਲਬ ਉਹਨਾਂ ਨੂੰ ਝਿੜਕਿਆ ਵੀ ਪੁੱਤ, ਭਗਤੀ ਅੱਡ ਹੈ, ਗ੍ਰਸਥ ਜੀਵਨ ਵੀ ਇੱਕ, ਇਹ ਗ੍ਰਸਥੀ ਜੀਵਨ, ਭਗਤੀ ਜਿਹੜੀ ਗ੍ਰਸਥੀ ਜੀਵਨ ਨਾਲ ਚੱਲੇ। ਤੇ ਫਿਰ ਉਹਨਾਂ ਦੇ ਭਾਈ ਜੈਤਾ ਜੀ ਪੈਦਾ ਹੋਏ ਸੀ। ਹੁਣ ਇਹ ਤਾਂ ਹੈ ਇੱਕ ਸੱਭਿਆਚਾਰਕ ਗੱਲ, ਜਿੱਥੇ ਇਤਿਹਾਸਕ ਹੈ, ਸੱਭਿਆਚਾਰਕ ਗੱਲ ਹੀ ਹੈ। ਲੇਕਿਨ ਮੈਂ ਤਾਂ ਇਸ ਗੱਲ ਬਤੌਰ ਟੀਚਰ ਇਹ ਵੀ ਕਹਿਣਾ ਵੀ ਹਿੰਦੁਸਤਾਨ ਦੇ ਅੰਦਰ ਸੈਕਸ ਐਜੂਕੇਸ਼ਨ ਹੈ ਜਿਹੜੀ, ਉਹ ਸਿਲੇਬਸ ਦਾ ਪਾਰਟ ਬਣਨੀ ਨਹੀਂ ਚਾਹੀਦੀ। ਕਾਰਨ ਕੀ ਹੈ? ਮੇਰਾ ਸਵਾਲ ਹੈ ਵੀ ਕਬੂਤਰ ਨੂੰ ਸੈਕਸ ਕੌਣ ਸਿਖਾਉਂਦਾ? ਜਦੋਂ ਮਨੁੱਖ ਜਵਾਨ ਹੋ ਜਾਂਦਾ ਹੈ, ਉਹਦੇ ਵਿੱਚ ਸੈਕਸ ਕੁਦਰਤ ਆਪੇ ਪੈਦਾ ਕਰਦੀ ਹੈ, ਤਾਂ ਉਹਨੂੰ ਪਤਾ ਹਾਊ ਟੂ ਯੂਜ਼, ਕੁਦਰਤ ਸਿਖਾਉਂਦੀ ਹੈ ਮੈਂ ਇਹਨੂੰ ਵਰਤਣਾ ਕਿਵੇਂ। ਤੈਨੂੰ ਪੜ੍ਹਾਉਣ ਦੀ ਕੀ ਲੋੜ ਹੈ? ਇਹ ਵੀ ਇੱਕ ਸਾਜ਼ਿਸ਼ ਹੈ ਸਿਲੇਬਸ ਰਾਹੀਂ ਬੱਚਿਆਂ ਨੂੰ ਖਰਾਬ ਕਰਨ ਦੀ, ਔਰ ਮੈਂ ਤੁਹਾਡੀ ਗੱਲ ਦੀ ਤਾਇਦ ਕਰਦਾ। ਚਲੋ ਅੱਜ ਆਪਣਾ ਵਿਸ਼ਾ ਅੱਗੇ ਥੋੜ੍ਹਾ, ਕਿਉਂਕਿ ਐਕਚੁਅਲੀ ਆਪਾਂ ਅੱਜ ਗੱਲ ਜਿਹੜੀ ਕਰਨੀ ਆ ਤੁਹਾਡੇ ਨਾਲ ਨਾ, ਮੈਂ ਨੌਜਵਾਨੀ 'ਤੇ ਕਰਨੀ ਚਾਹੁੰਦਾ ਸੀਗਾ, ਕਿਉਂਕਿ ਹੁਣ ਜਿਹੜਾ ਇੱਕ ਕੋਈ ਵੀ ਜਦੋਂ ਕ੍ਰਾਂਤੀ ਆਉਂਦੀ ਆ, ਕੋਈ ਵੀ ਬਦਲਾਅ ਆਉਂਦਾ ਗਾ, ਤੁਸੀਂ ਬਹੁਤ ਵੱਡੇ ਇੱਕ ਰਾਈਟਰ ਵੀ ਹੋ ਔਰ ਬਹੁਤ ਕੁਛ ਪੜ੍ਹਿਆ ਵੀ ਹੈ, ਜੋ ਉਸ ਤੋਂ ਬਿਨਾਂ ਕੁਝ ਵੀ ਸੰਭਵ ਨਹੀਂ ਹੁੰਦਾ। ਜਦੋਂ ਵੀ ਕੋਈ ਯੁੱਗ ਪਲਟਦਾ ਤਾਂ ਉਹ ਨੌਜਵਾਨੀ ਨਹੀਂ ਪਲਟਣਾ। ਬਹੁਤ ਵੱਡੀ ਸ਼ਕਤੀ ਹੈ ਯੂਥ।
ਤੇ ਇਹ ਨੌਜਵਾਨੀ ਹੈ ਜਿਹੜੀ ਸਾਡੀ ਪੰਜਾਬ ਦੀ ਨੌਜਵਾਨੀ ਹੈ, ਇਹਨੂੰ ਜਿੰਨਾ ਕੁ ਮੈਂ ਪੁਰਾਣੇ ਸਮਿਆਂ ਦੀ ਨੂੰ ਛੱਡ ਕੇ ਕਹੀਏ ਵੱਡੇ ਇਤਿਹਾਸ ਦੀ ਗੱਲ ਨਹੀਂ ਕਰਦਾ, ਮੈਂ ਇਹਨੂੰ ਦੇਖਦਾ ਤਾਂ ਹੀ ਕਦੇ ਨਕਸਲਟ ਰੂਪ ਦੇ ਵਿੱਚ ਸਾਡੇ ਸਾਹਮਣੇ ਆਈ, ਉਸ ਤੋਂ ਬਾਅਦ ਕਦੇ ਇਹਨੇ ਖਾੜਕੂਆਂ ਦਾ ਰੂਪ ਧਾਰ ਕੇ ਸਾਡੇ ਸਾਹਮਣੇ ਇਹ ਨੌਜਵਾਨੀ ਲੜੀ, ਸਟੇਟ ਨਾਲ ਲੜੀ, ਆਪਦੇ ਹੱਕਾਂ ਲਈ ਲੜੀ। ਮਤਲਬ ਉਸ ਤੋਂ ਬਾਅਦ ਇਹਨੂੰ ਉਸ ਨੌਜਵਾਨੀ ਨੂੰ ਬਾਅਦ ਜਦੋਂ ਖਾੜਕੂਵਾਦ ਦਾ ਪਤਨ ਹੋ ਜਾਂਦਾ, ਉਸ ਤੋਂ ਬਾਅਦ ਸਾਡੀ ਨੌਜਵਾਨੀ ਨੂੰ ਜਿਸ ਤਰ੍ਹਾਂ ਨਸ਼ਿਆਂ ਦੇ ਵਿੱਚ ਜਾਂ ਪਹਿਲਾਂ ਸਟੇਟ ਨੇ ਸ਼ਿਕਾਰ ਕੀਤਾ, ਫਿਰ ਨਸ਼ਿਆਂ ਦੇ ਵਿੱਚ ਪਾ ਦਿੱਤਾ ਗਿਆ, ਅਤੇ ਹੁਣ ਅੱਜ ਕੱਲ੍ਹ ਇੱਕ ਹੋਰ ਕਲਚਰ ਹੋ ਗਿਆ ਸੀਗਾ ਵੀ ਹੁਣ ਉਹ ਨੌਜਵਾਨੀ ਹੈ ਜਿਹੜੀ ਉਹ ਇੱਕ ਗਾਇਕਾਂ ਦੇ ਫਾਲੋਅਰਸ ਬਣ ਕੇ ਰਹਿ ਗਈ ਸੀ। ਪਰ ਇਹਨਾਂ ਦਿਨਾਂ ਦੇ ਵਿੱਚ ਉਹ ਨੌਜਵਾਨੀ ਨੇ ਇੱਕ ਹੋਰ ਮੋੜਾ ਖਾਧਾ ਜਿਹੜਾ ਕਿਸਾਨੀ ਘੋਲ ਆਏ ਹੈਗੇ। ਗੱਲ ਮੈਂ ਇੱਥੇ ਲਿਆਉਣੀ ਚਾਹੁੰਦਾ ਵੀ ਹੁਣ ਜਿਹੜੀ ਅੱਜ ਦੀ ਨੌਜਵਾਨੀ ਹੈ ਉਹ ਕਿਸ ਤਰ੍ਹਾਂ ਲੰਘ ਕੇ ਇੰਨੇ ਪੜਾਵਾਂ ਦੇ ਵਿੱਚੋਂ ਲੰਘ ਕੇ ਦੁਬਾਰੇ ਫੇਰ ਆ ਕੇ ਉਹ ਇੱਕ ਵੱਡੀ ਲੜਾਈ ਦੇ ਲਈ ਤਿਆਰ ਹੁੰਦੀ ਦਿਖਾਈ ਦੇ ਰਹੀ ਹੈ। ਇਹਦੇ ਬਾਰੇ ਕਿਵੇਂ ਸੋਚਦੇ ਹੋ? ਜਗਸੀਰ, ਤੇਰਾ ਸਵਾਲ ਬੜਾ ਟੇਢਾ ਹੈ, ਕਿਉਂਕਿ ਮੈਂ ਤੇਰੀਆਂ ਕੁਣਤਰਾਂ ਪੜ੍ਹੀਆਂ ਤੇ ਸੱਚੀ ਤੂੰ ਕੁਣਤਰੀ ਹੈ। ਸਵਾਲ ਬੜਾ ਟੇਢਾ ਹੈ, ਸਵਾਲ ਟੇਢਾ ਵੀ ਹੈ ਤੇ ਸਿੱਧਾ ਵੀ ਹੈ। ਬੇਟੇ ਗੱਲ ਇੱਕ ਹੈ, ਜੋ ਅੱਜ ਪੰਜਾਬ ਦੀ ਧਰਤੀ ਦੇ ਉੱਤੇ ਇੱਕ ਮੌਬ ਦਾ ਉਭਾਰ ਆਇਆ ਹੈ, ਤੇ ਮੈਂ ਜਦੋਂ ਇਸ ਨੂੰ ਜਥੇਬੰਦਕ ਪੈਟਰਨ ਤੋਂ ਦੇਖਦਾ ਜੀ, ਇੱਥੇ ਥੋੜ੍ਹਾ ਜਿਹਾ ਫਰਕ ਹੈ ਜੀ। ਜਥੇਬੰਦੀ ਦੇ ਵਿੱਚ ਆਉਣਾ ਬੜਾ ਸੌਖਾ ਹੈ, ਜਥੇਬੰਦੀ ਦੇ ਵਿੱਚ ਨਿਭਣਾ ਬੜਾ ਸੌਖਾ ਹੈ। ਜਥੇਬੰਦੀ 'ਚ ਡਿਸਿਪਲਿਨ ਹੁੰਦਾ ਹੈ, ਜਥੇਬੰਦੀ ਦੇ ਮਗਰਲੇ ਪਾਸੇ ਕੋਈ ਥਾਟ ਕੰਮ ਕਰਦਾ ਹੁੰਦਾ ਹੈ। ਜਾਂ ਮੈਂ ਸਪਸ਼ਟ ਹੀ ਕਰਦਾ, ਚਲੋ ਅੱਜ ਜੇ ਅਸੀਂ ਕਿਸਾਨ ਯੂਨੀਅਨ ਦੀਆਂ ਗੱਲਾਂ ਕਰਦੇ ਹਾਂ, ਕਿਸਾਨ ਜਥੇਬੰਦੀ ਦੀਆਂ ਗੱਲਾਂ ਕਰਦੇ ਹਾਂ, ਕੋਈ ਚਾਹੇ 22 ਗਰੁੱਪ ਨੇ, ਚਾਹੇ 10 ਗਰੁੱਪ ਨੇ, ਚਾਹੇ 15 ਗਰੁੱਪ ਨੇ, ਕੋਈ ਵੀ ਕਿਸਾਨ ਜਥੇਬੰਦੀ ਇਹੋ ਜਿਹੀ ਨਹੀਂ ਜਿਹੜੀ ਇਹ ਕਹੇ ਕਿ ਮੇਰੇ ਮਗਰ ਪੋਲੀਟਿਕਸ ਨਹੀਂ ਜੀ। ਉਹਦੇ ਮਗਰ ਕੋਈ ਪੋਲੀਟਿਕਸ, ਉਹਦੇ ਮਗਰ ਕੋਈ ਥਾਟ, ਉਹਦੇ ਮਗਰ ਕੋਈ ਸੋਚ ਕੰਮ ਕਰਦੀ ਹੈ, ਤੇ ਨਹੀਂ ਉਹ ਜਥੇਬੰਦੀ ਚੱਲ ਨਹੀਂ ਸਕਦੀ ਜੀ। ਇਹ ਕਹਿ ਦੇਣਾ ਕਿ ਸਾਡੀ ਜਥੇਬੰਦੀ ਕਿਸੇ ਵੀ ਵਿਚਾਰਧਾਰਾ ਨਾਲ ਨਹੀਂ ਜੁੜੀ, ਇਹ ਵੀ ਆਪਣੇ ਆਪ 'ਚ ਇੱਕ ਰਾਜਨੀਤੀ, ਧੋਖਾ ਦੇਣਾ ਨਹੀਂ ਜੀ, ਰਾਜਨੀਤੀ ਹੈ। ਰਾਜਨੀਤੀ ਹਮੇਸ਼ਾ ਧੋਖਾ ਦਿੰਦੀ ਹੈ, ਰਾਜਨੀਤੀ ਹੈ। ਸੋ ਜਿਹੜਾ ਮੈਂ ਸੋਚਦਾ ਵੀ ਅੱਜ ਯਕ ਲਖਤ ਇਹ ਜਿਹੜਾ ਨੌਜਵਾਨ ਤਬਕਾ ਆਇਆ, ਮਤਲਬ ਜਥੇਬੰਦੀਆਂ ਨਾਲ, ਇਹ ਜਥੇਬੰਦੀਆਂ ਨੂੰ ਸੋਚ ਨੂੰ ਪਰਨਾ ਕੇ ਨਹੀਂ ਆਇਆ ਜੀ। ਜੋ 3 ਆਰਡੀਨੈਂਸ ਹੋਏ ਹੈ, ਤਿੰਨਾਂ ਆਰਡੀਨੈਂਸਾਂ ਦੇ ਵਿੱਚੋਂ ਜੋ ਆਰਡੀਨੈਂਸ ਇਹ ਹੈ ਨਾ ਕਿ ਜੱਟ ਦੀ ਜਿਹੜੀ ਜ਼ਮੀਨ ਹੈ ਉਹ ਖੋਹਣੀ ਹੈ ਜੀ। ਮੈਂ ਇਹਨਾਂ ਸਾਰਿਆਂ ਜਥੇਬੰਦੀਆਂ ਦੇ ਵਿੱਚ ਜਾਣਾ, ਮੈਨੂੰ ਗਾਉਣ ਵਾਸਤੇ ਸੱਦਿਆ ਜੀ। ਅੱਜ ਵੀ ਮੈਂ ਤੈਨੂੰ ਰੇਲਵੇ ਸਟੇਸ਼ਨ 'ਤੇ ਮਿਲਿਆ, ਅਤੇ ਮੈਂ ਬੱਚਿਆਂ ਨੂੰ ਪੁੱਛਿਆ 3-4 ਨੂੰ ਵੀ ਆਰਡੀਨੈਂਸ ਕਿਉਂ ਆ, ਜ਼ਮੀਨ ਤੁਹਾਡੀ ਕਿਉਂ ਖੋਹਦੇ ਆ ਜੀ। ਇਹ ਕਿਉਂ ਦਾ ਜਿਹੜਾ ਪਤਾ ਹੈ ਉਹਨਾਂ ਨੂੰ ਬਿਲਕੁਲ ਨਹੀਂ ਪਤਾ। ਸਿਰਫ ਪੈਟਰਨ ਉਹਨਾਂ ਦਿਮਾਗ 'ਚ ਵੜ ਗਿਆ ਵੀ ਜੇ ਖੇਤੀ ਗਈ, ਬਿਲਕੁਲ ਜੇ ਖੇਤੀ ਗਈ, ਜੇ ਸਾਡੀ ਫਸਲ ਗਈ, ਸਾਡੀਆਂ ਕੰਨਾਂ ਦੀਆਂ ਮੁੰਦਰਾਂ ਗਈਆਂ, ਸਿੱਧੂ ਮੂਸੇਵਾਲਾ ਗਿਆ, ਫਲਾਨਾ ਗਿਆ, ਢਿਮਕਾ ਗਿਆ, ਅਸੀਂ ਕਰਾਂਗੇ ਕੀ ਜੀ। ਮੇਰੀ ਫਿਲਮ ਸੀ ਇੱਕ, ਟੈਲੀਫਿਲਮ ਸੀ ਮੇਰੀ ਸ਼ੂਟ ਜੀ, ਕਿਸਾਨ ਦੀ ਜ਼ਿੰਦਗੀ, ਤੇ ਮੈਂ ਨਾਮ ਭੁੱਲ ਗਿਆ, ਰੁੜਦਾ ਜੱਟ। ਰੁੜਦਾ ਜੱਟ ਦੇ ਵਿੱਚ ਇਹ ਸਵਾਲ ਮੈਂ ਪੁੱਤ ਹੱਲ ਕੀਤਾ ਜੀ। ਜਿਹੜੇ ਬੰਦੇ ਖੁਦਕੁਸ਼ੀਆਂ ਕਰ ਗਏ, ਮੈਂ ਉਹਨਾਂ ਦੀਆਂ ਇੰਟਰਵਿਊਆਂ ਕੀਤੀਆਂ ਵੀ ਮਨੁੱਖ ਨਾਲ ਸ਼ਬਦ ਵਰਤੋਂ, ਕਿਸਾਨ ਨੇ ਖੁਦਕੁਸ਼ੀ ਕੀਤੀ ਕਿਉਂ ਜੀ। ਬਿਲਕੁਲ ਤੇ ਬਿਲਕੁਲ ਇਹ ਉਸ ਨੂੰ ਮੈਨੂੰ 90% ਪਰਿਵਾਰਾਂ ਨੇ ਇਹ ਜਵਾਬ ਦਿੱਤਾ ਕਿ ਜਦੋਂ ਉਹ ਜਿਹੜਾ ਖੁਦਕੁਸ਼ੀ ਕਰਨ ਵਾਲਾ ਮਨੁੱਖ ਹੈ, ਜਦੋਂ ਉਹ ਆਪਣੀ ਜ਼ਮੀਨ ਨਾਲ ਟੁੱਟਿਆ ਨਾ, ਤੇ ਉਹਨੂੰ ਐਂ ਦੇਖਣ ਲੱਗ ਗਿਆ ਵੀ ਜ਼ਮੀਨ ਤਾਂ ਗਈ, ਉਦੋਂ ਖੁਦਕੁਸ਼ੀ ਕੀਤੀ ਹੈ। ਜੱਟ ਨੂੰ ਜ਼ਮੀਨ ਨਾਲ ਇੰਨਾ ਪਿਆਰ ਹੁੰਦਾ, ਯਾਰ ਤਾਂ ਐਂ ਕਹਿੰਦੇ ਨੇ ਯਾਰ ਜ਼ਮੀਨ ਮਤਲਬ ਜ਼ਮੀਨ ਵਿੱਚ ਤਾਂ ਜੱਟ ਜੇ ਨਹੀਂ ਲੱਗਦੇ, ਇਸ ਮੁਹਾਵਰੇ। ਇਹ ਜਿਹੜਾ ਜ਼ਮੀਨ ਬਿਨਾਂ ਅਸੀਂ ਜੱਟ ਜੇ ਨਹੀਂ ਲੱਗਦੇ, ਇਹ ਆਵਾਰ ਹੈ ਮਨੁੱਖ ਉਹਨਾਂ ਬੱਚਿਆਂ 'ਚ। ਲੇਕਿਨ ਮੈਂ ਇਹ ਸੋਚਦਾ, ਮੈਂ ਇਹਨੂੰ ਸਵਾਗਤ ਵੀ ਕਰਦਾ ਇਸ ਗੱਲ ਦਾ, ਚਲੋ ਕੁਛ ਨਾ ਕੁਛ ਤਾਂ ਉਹਨਾਂ ਨੂੰ ਪਤਾ ਲੱਗਿਆ ਵੀ ਹਾਂ ਜਥੇਬੰਦੀਆਂ 'ਚ ਕੁਛ ਹੈ। ਮੈਂ ਇਹਨੂੰ ਸ਼ੁਭ ਆਗਮਨ ਵੀ ਕਹਿਣਾ, ਲੇਕਿਨ ਬਤੌਰ ਇੱਕ ਰਾਜਨੀਤਿਕ ਸੋਚ ਵਾਲਾ ਬੰਦਾ ਹੋਣ ਦੇ ਨਾਤੇ ਅਜੇ ਮੈਂ ਇਹਨੂੰ ਗੰਭੀਰਤਾ ਨਾਲ ਇਹ ਕਹਿਣਾ ਕਿ ਅਜੇ ਉਹ ਬੱਚੇ ਗੰਭੀਰ ਹੋ ਕੇ ਨਹੀਂ ਆਏ, ਇੱਕ ਸੋਚ ਦੇ ਨਾਲ ਲੱਗ ਕੇ ਨਹੀਂ ਆਏ। ਸਿਰਫ ਇੱਕੋ ਹੀ ਸੋਚਿਆ ਵੀ ਜੇ ਮਤਲਬ ਅਸੀਂ ਜਥੇਬੰਦੀ 'ਚ ਵੜਾਂਗੇ ਸਾਡੀ ਜ਼ਮੀਨ ਬਚੂਗੀ, ਇਹਦਾ ਆਹ ਕਾਰਨ ਹੈ। ਕੱਲ੍ਹ 2 ਵੱਡੇ ਇਕੱਠ ਹੋਏ ਪੰਜਾਬ ਵੱਲ ਤੇ, ਇੱਕ ਸ਼ੰਭੂ ਬਾਰਡਰ 'ਤੇ ਜਿੱਥੇ ਵੱਡੀ ਨੌਜਵਾਨੀ ਇਕੱਠੀ ਹੋਈ, ਅਤੇ ਦੂਸਰਾ ਮਾਨਸਾ ਕੈਂਚੀਆਂ 'ਤੇ ਜਿੱਥੇ ਸਿੱਧੂ ਮੂਸੇਵਾਲੇ ਦਾ। ਦੋਨਾਂ ਇਕੱਠਾਂ ਦੇ ਵਿੱਚ ਕੀ ਫਰਕ ਦੇਖਦੇ ਹੋ? ਮੈਂ ਸਿੱਧੂ ਮੂਸੇਵਾਲੇ ਦੀ ਪਹਿਲਾਂ ਗੱਲ ਕਰੂੰਗਾ ਜੀ।
ਮੇਰੀ ਉਮਰ 73 ਸਾਲ ਹੈ ਜੀ। ਤੇ 1965 'ਚ ਮੈਂ 10ਵੀਂ ਕੀਤੀ ਹੈ, ਜਾਣੇ ਮੈਂ 64 ਦੇ ਅੰਦਰ ਇਸ ਪਾਸੇ ਆ ਗਿਆ ਸੀ ਜੀ। ਦੇਖ ਲਓ ਤੁਸੀਂ, ਲਾ ਲਓ ਅੰਦਾਜ਼ਾ ਵੀ ਕਿੰਨਾ ਚਿਰ ਹੋ। ਜੀ। ਅੱਜ ਤੱਕ ਮੈਂ ਕਿਸੇ ਵੀ ਕਲਾਕਾਰਾਂ ਨੂੰ ਮੈਂ ਖੁਦ ਗਾਉਣਾ, ਮੇਰਾ ਜਿਹੜਾ ਪੈਟਰਨ ਤੂੰ ਜਾਣਦਾ ਵੀ ਮੈਂ ਲੈਫਟ ਮੂਵਮੈਂਟ ਦਾ ਗਾਇਕ ਅਤੇ ਲੈਫਟ ਮੂਵਮੈਂਟ 'ਤੇ ਮੈਂ ਗਾਉਣਾ। ਜੀ। ਅੱਜ ਤੱਕ ਮੈਂ ਪੰਜਾਬ ਦਾ ਕੋਈ ਗਾਇਕ ਇਹੋ ਜਿਹਾ ਨਹੀਂ ਦੇਖਿਆ ਜਿਹੜਾ ਜੱਟ ਜਾਂ ਮਤਲਬ ਕਿਰਤੀਆਂ ਦੇ ਹੱਕ 'ਚ ਬੋਲਿਆ ਹੋਵੇ ਜੀ। ਜਿਵੇਂ ਇਹ ਬੋਲਿਆ। ਜੀ। ਇਹਦਾ ਕਾਰਨ ਹੈ, ਕਾਰਨ ਇਹਦਾ ਹੈ ਜਿਹੜਾ ਸਿੱਧੂ ਮੂਸੇਵਾਲੇ ਨੇ ਇਕੱਠ ਕੀਤਾ ਹੈ, ਉਹ ਮੈਨੂੰ ਕਹਿੰਦਾ ਵੀ ਇਹ ਜਿਹੜਾ ਮੋਬਾਈਲ ਕਲਚਰ ਹੈ। ਜੀ। ਮੈਂ ਤਾਂ ਇਹ ਵੀ ਸੁਣਿਆ ਕਹਿੰਦੇ ਸਿੱਧੂ ਮੂਸੇਵਾਲੇ ਦਾ ਪਤਾ ਨਹੀਂ ਕਿਹੜੇ ਗਾਇਕ ਨਾਲ ਮਤਲਬ ਲੜਾਈ ਵੀ ਰਹੀ ਮੋਬਾਈਲ 'ਚ। ਜੀ। ਜੀ। ਸ਼ਾਇਦ ਬੱਬੂ ਮਾਨ ਨਾਲ, ਬੱਬੂ ਮਾਨ ਤੇ ਦੋਏ ਲੜਦੇ ਰਹੇ ਨੇ। ਉਹਨੂੰ ਬੱਬੂ ਮਾਨ ਦੇ ਪੈਰੋਕਾਰ ਕੁਛ ਕਹਿੰਦੇ ਸੀ, ਉਹ ਕੁਛ ਕਹਿੰਦੇ ਸੀ। ਇਹ ਲੜਾਈ ਦੇ ਮਗਰ ਵੀ ਇੱਕ ਪੋਲੀਟਿਕਸ ਹੈ ਜੀ। ਇਹ ਪਰਸਨੈਲਿਟੀ ਕਲਟ ਦੀ ਪੋਲੀਟਿਕਸ ਹੈ ਜੀ। ਤੇ ਮੈਂ ਤੁਹਾਨੂੰ ਉਦਾਹਰਨ ਵੀ ਦੇ ਦਿਆਂ ਇੱਕ। ਜੀ। 2 ਵੱਡੇ ਗਜ਼ਲ ਗਾਓ ਪੰਜਾਬ 'ਚ। ਜੀ। ਚਲੋ ਨਾਂ ਤਾਂ ਮਨ ਦਾ ਕੀ ਲੈਣਾ, ਬਜ਼ੁਰਗ ਸੀ। ਜੀ। 2 ਵੱਡੇ ਗਜ਼ਲ ਗੋ, ਜੀ। ਉਹ ਆਪਣੇ ਆਪ ਨੂੰ ਉਸਤਾਦ ਕਹਿੰਦੇ ਹੁੰਦੇ, ਉਹ ਆਪਣੇ ਆਪ ਨੂੰ ਉਸਤਾਦ ਕਹਿੰਦੇ ਹੁੰਦੇ, ਜਣੇ ਦੋਏ ਥੱਲੇ ਅਜੇ ਉਸਤਾਦ ਨਹੀਂ ਸੀ ਬਣੇ। ਜੀ। ਉਹਨਾਂ ਨੇ ਅਜੀਤ ਅਖਬਾਰ ਦੇ ਵਿੱਚ ਬਹਿਸ ਸ਼ੁਰੂ ਕੀਤੀ ਜੀ। ਜੀ। ਗਜ਼ਲ ਬਾਰੇ। ਜੀ। ਕਾਫੀਆ ਰਦੀਫ ਕੀ ਹੁੰਦਾ ਹੈ, ਗਜ਼ਲ ਕੀ ਹੁੰਦੀ ਹੈ, ਗਜ਼ਲ ਕਿੱਥੋਂ ਪੈਦਾ, ਇਹ ਸ਼ੁਰੂ ਕਰ ਲਈ। ਔਰ ਦੋਨਾਂ ਦਾ ਮਤਲਬ ਆਪਸ ਵਿੱਚ ਚਾਹ ਪੀ ਕੇ ਬਾਕਾਇਦਾ ਬਣਦਾ ਵੀ ਅੱਜ ਮੈਂ ਗਜ਼ਲ ਬਾਰੇ ਐਂ ਲਿਖਣਾ, ਤੂੰ ਐਂ ਲਿਖਣਾ। ਜੀ। ਜੀ। ਉਵੇਂ ਇਹ ਹੈ। ਜੀ। ਸਿੱਧੂ ਮੂਸੇਵਾਲੇ ਤੇ ਜਿਹੜੇ ਬੱਬੂ ਮਾਨ ਦੀ ਹੋਈ ਹੈ ਨਾ ਜੀ। ਲੜਾਈ, ਜੀ। ਉਹ ਸਿਰਫ ਇਹਨਾਂ ਨੌਜਵਾਨਾਂ ਨੂੰ ਜੀ। ਗੁੰਮਰਾਹ ਕਰਨ ਦਾ ਹੀ ਚੱਕਰ ਸੀ। ਹੁਣ ਜਿਹੜੇ ਕੱਲ ਬੱਚੇ ਉੱਥੇ ਗਏ ਹੈ, ਠੀਕ ਹੈ, ਉਹ ਕਹਿੰਦੇ ਨੇ ਵੀ ਸਾਡਾ ਪਾਪੂਲਰ ਗਾਇਕ ਹੈ, ਜੀ। ਅਸੀਂ ਤਾਂ ਜਾਵਾਂਗੇ। ਚੱਲ ਪਾਪੂਲਰ ਗਾਇਕ ਕਹਿਣਾ ਕੋਈ ਗੱਲ ਵੀ ਨਹੀਂ, ਪਰ ਮੈਂ ਇੱਕ ਚੀਜ਼ ਮੈਂ ਤੁਹਾਨੂੰ ਕੁਐਸਚਨ ਕਰਦਾ, ਤੂੰ ਸਿਆਣਾ ਮੁੰਡਾ ਹੈ, ਖੁਦਾ ਨ ਖਾਸਤਾ ਜੀ। ਸਟੇਟ ਜੀ। ਉਹਨਾਂ ਬੱਚਿਆਂ ਮਗਰ ਪੈ ਜਾਂਦੀ, ਇਕੱਠ ਤੁਸੀਂ ਕਿਉਂ ਕੀਤਾ? ਅੱਜ ਨਹੀਂ ਕੱਲ ਪੈਣਾ ਸਟੇਟ ਨੇ, ਪੈਣਾ। ਹਾਂ, ਇਹ ਤਾਂ ਉਹ ਨਹੀਂ ਚਾਹੁੰਦੇ, ਸਟੇਟ ਨਹੀਂ ਚਾਹੁੰਦੀ ਕਿ ਯੂਥ ਇੱਕ ਥਾਂ ਤੇ ਖੜਾ ਹੋਵੇ। ਤੇ ਜੇ ਮੂਸੇ ਵਾਲੇ ਇਕੱਠ ਦੇ ਵਿੱਚ ਉਹਨਾਂ ਨੌਜਵਾਨਾਂ ਦੇ ਉੱਤੇ ਕੇਸ ਬਣ ਗਏ ਜਾਂ ਪੁਲਿਸ ਦਾ ਕਟਾਪਾ ਹੋ ਗਿਆ, ਇਹਦਾ ਜ਼ਿੰਮੇਵਾਰ ਕੋਈ ਨਹੀਂ ਬਣਨਾ, ਕਿਉਂਕਿ ਜਥੇਬੰਦੀ ਤੇ ਮੂਸੇ ਵਾਲੇ 'ਚ ਫਰਕ ਹੈ। ਜਿਹੜਾ ਤੂੰ ਸ਼ੰਭੂ ਦੀ ਗੱਲ ਕਰਦਾ, ਸ਼ੰਭੂ ਜਿਹੜਾ ਇਕੱਠ ਸੀ ਇੱਕ ਜਥੇਬੰਦ ਇਕੱਠ ਹੈ, ਉਹਦੇ ਮਗਰ ਇੱਕ ਕੰਧ ਖੜੀ ਹੈ, ਉਹਦੇ ਮਗਰ ਇੱਕ ਡਿਫੈਂਸ ਖੜਾ ਹੈ। ਜੀ। ਇੱਥੇ ਕੋਈ ਡਿਫੈਂਸ ਨਹੀਂ। ਜਦੋਂ ਮੂਸੇ ਵਾਲੇ ਜਿਹੜੇ ਨੌਜਵਾਨ ਮਾਨਸਾ ਗਏ ਨੇ, ਜੇ ਉਹਨਾਂ ਤੇ ਸਟੇਟ ਕੋਈ ਮਤਲਬ ਤਸ਼ੱਦਦ ਕਰਦੀ ਹੈ, ਮੂਸੇ ਵਾਲਾ ਭੱਜੂਗਾ। ਥਿਉਣਾ ਨੇ ਜਿੱਥੇ ਜਿਹੜੇ ਕਲਾਕਾਰ ਉੱਥੇ ਆਏ ਨੇ, ਉਹਨੇ ਕਿਸੇ ਨੇ ਨਹੀਂ ਖੜਨਾ, ਉਹਦੇ ਜਾਨ ਬਚਾ ਕੇ ਭੱਜਣਗੇ। ਜਿਹੜੇ ਮੇਰੇ ਗਏ ਹੁਣ ਕੁੱਟੇ ਜਾਣਗੇ। ਲੇਕਿਨ ਇੱਥੇ ਇੱਕ ਬਹੁਤ ਵੱਡਾ ਜਥੇਬੰਦਕ ਢਾਂਚਾ ਸੀ। ਜਿਹੜੇ ਨੌਜਵਾਨ ਉੱਥੇ ਗਏ ਨੇ, ਮੈਂ ਤਾਂ ਬੇਟਾ ਉਹਨਾਂ ਨੂੰ ਹਾਰਦਿਕ ਵਧਾਈ ਦਿੰਦਾ ਵੀ ਤੁਸੀਂ ਜਿਹੜੀ ਚੋਣ ਕੀਤੀ ਹੈ ਸ਼ੰਭੂ ਬਾਰਡਰ ਦੀ, ਉਹ ਬਹੁਤ ਬੈਸਟ ਹੈ। ਉੱਥੇ ਤੂੰ ਆਪ ਹੀ ਦੇਖ ਲੈ, ਤੂੰ ਪੱਤਰਕਾਰ ਹੈ, ਚੱਲ ਮੈਂ ਤਾਂ ਕੱਲ ਬਿਜ਼ੀ ਸੀ ਧਰਨੇ 'ਚ, ਤੂੰ ਆਪ ਹੀ ਦੇਖ ਲੈ ਉੱਥੇ ਕਿੱਡੇ ਕਿੱਡੇ ਬੁੱਧੀਜੀਵੀ ਬੋਲੇ। ਤਾਂ ਉਹ ਜਿਹੜੇ ਜਵਾਕ ਉੱਥੇ ਗਏ ਹੋਣਗੇ, ਨੌਜਵਾਨ ਗਏ ਹੋਣਗੇ, ਮੇਰੇ ਧੀਆਂ ਪੁੱਤ, ਉਹ ਕੁਛ ਸਿੱਖ ਕੇ ਆਏ ਹੋਣਗੇ ਕਿ ਸਿੱਧੂ ਮੂਸੇਵਾਲੇ ਦੇ ਗੀਤ ਸੁਣਨਗੇ। ਇੱਕੋ ਹੀ ਚੀਜ਼ ਆ, ਕਲਚਰ 'ਤੇ ਆਪਣੀ ਗੱਲ ਚੱਲਦੀ ਸੀ। ਸਿੱਧੂ ਮੂਸੇਵਾਲੇ ਦਾ ਗੀਤ ਹੈ ਇੱਕ, ਬੰਬੀਹਾ ਬੋਲੇ। ਮੇਰੇ ਨੌਜਵਾਨ ਪੁੱਤਾਂ ਨੂੰ ਇੱਕ ਮੇਰਾ ਸਵਾਲ ਹੈ ਕਿ ਮੈਨੂੰ ਬੰਬੀਹੇ ਦੇ ਅਰਥ ਦੱਸ ਦਿਓ। ਪਰ ਇਹ ਕਮਲਿਆਂ ਨੇ ਕਲਚਰ ਨਾਲ ਟੁੱਟਿਆਂ ਪਏ ਨੇ। ਜੇ ਕਲਚਰ ਨਾਲ ਵੱਜੇ ਹੁੰਦੇ, ਤੈਨੂੰ ਪਤਾ ਹੁੰਦਾ ਵੀ ਜਦੋਂ ਮੇਰਾ ਵਿਆਹ ਸੀ ਜਾਂ ਤੇਰਾ ਵਿਆਹ ਸੀ ਜਾਂ ਕਿਸੇ ਹੋਰ ਦਾ ਵਿਆਹ ਸੀ, ਜਦੋਂ ਨਾਨਕੇ ਆਉਂਦੇ, ਵਿਆਹ ਆਉਂਦੇ ਨਾ, ਤੇ ਨਾਨਕਿਆਂ ਆਉਣ ਸਾਰ ਕਹਿੰਦੀਆਂ ਹੁੰਦੀਆਂ ਨੀ ਬੰਬੀਹਾ ਬੋਲੇ। ਉਹ ਗੀਤ ਸੀ, ਇੱਕ ਸਾਡਾ ਸੱਭਿਆਚਾਰਕ ਗੀਤ ਸੀ ਜਿਹੜਾ ਵਿਆਹ ਨਾਲ ਸੰਬੰਧਿਤ ਸੀ। ਇਹ ਹੁਣ ਇੱਥੇ ਨਾ ਤਾਂ ਕਿਸੇ ਕੁੜੀ ਦਾ ਲੈ ਜਾਂਦਾ, ਬੋਲੀ ਬੰਬੀਹਾ ਜਾਂਦਾ, ਜਾਂ ਨਾ ਰਫਲਾਂ ਦੇ ਲਈ ਜਾਂਦਾ, ਬੋਲੀ ਬੰਬੀਹਾ ਜਾਂਦਾ। ਬੰਬੀਹਾ ਤਾਂ ਕਿਤੇ ਰਫਲਾਂ ਨਹੀਂ ਸੀ। ਬੰਬੀਹਾ ਤਾਂ ਬਹੁਤ ਪਿਆਰਾ ਸੱਭਿਆਚਾਰਕ ਤੇ ਬਹੁਤ ਕੋਮਲ ਜਿਹਾ ਗੀਤ ਸੀ। ਇਹਨੇ ਉਹਨੂੰ ਕੀ ਬਣਾਤਾ। ਸੋ ਮੇਰੀ ਇੱਕ ਬੇਨਤੀ ਹੈ, ਮੈਂ ਜਿਹੜਾ ਤੂੰ ਸਵਾਲ ਕੀਤਾ ਹੈ, ਜਿਹੜਾ ਸ਼ੰਭੂ ਬਾਰਡਰ ਵਾਲਾ ਇਕੱਠ ਹੈ, ਮੈਂ ਉਹਦੀ ਹਮਾਇਤ ਕਰਦਾ ਅਤੇ ਇਹਦੀ ਮੈਂ ਨਿਖੇਧੀ ਕਰਦਾ ਵੀ ਜਿਹੜਾ ਇਹਨੇ ਇਕੱਠ ਕੀਤਾ ਇਹ ਬਿਲਕੁਲ ਗਲਤ ਕੀਤਾ, ਇਹਨੂੰ ਕਰਨਾ ਨਹੀਂ ਚਾਹੀਦਾ। ਜੇ ਕਰਨਾ ਸੀ ਤਾਂ ਘੱਟੋ ਘੱਟ ਕਿਸੇ ਜਥੇਬੰਦੀ ਨਾਲ ਗੱਲ ਕਰ ਲੈਂਦਾ। ਉਹ ਆਪ ਹੀ ਜਥੇਬੰਦੀ, ਆਪ ਹੀ ਸਾਰਾ। ਮੈਂ ਤਾਂ ਮੁੰਡਾ ਤਾਂ ਐਂ ਵੀ ਸੁਣਾ, ਕਹਿੰਦਾ ਰਿਹਾ ਵੀ ਜੇ ਬਾਹਲਾ ਬੋਲਿਓ ਭਾਜੋ। ਇੱਥੇ ਹੋਰ ਵੀ ਸ਼ੰਭੂ ਬਾਰਡਰ ਵਾਲੇ ਇਕੱਠ ਤੋਂ
ਲੋਕ ਸਿੱਖ ਕੇ ਹੋਣਗੇ। ਮੈਂ ਤਾਂ ਇਹ ਸੁਣਿਆ, ਮੇਰੇ ਸੁਣ 'ਚ ਆਈ ਆ, ਮਤਲਬ ਦੱਸਿਆ ਤੁਹਾਡੇ ਵਰਗੇ ਮਿੱਤਰਾਂ ਨੇ ਵੀ ਉੱਥੇ ਤਾਂ ਕਿਸੇ ਨੇ ਐਂ ਨਹੀਂ ਕਿਹਾ ਵੀ ਬਹਿ ਜਾ ਜੀ। ਲੋਕ ਬਿਲਕੁਲ ਸ਼ਾਂਤ ਹੋ ਕੇ ਲੋਕਾਂ ਨੂੰ ਸੁਣਦੇ 8 ਰਹੇ। ਘੰਟੇ ਪ੍ਰੋਗਰਾਮ ਚੱਲਿਆ 8 ਘੰਟੇ ਪ੍ਰੋਗਰਾਮ ਚੱਲਿਆ, ਤੂੰ ਆਪ ਹੀ ਦੱਸਦਾ 8 ਘੰਟੇ ਪ੍ਰੋਗਰਾਮ ਤਾਂ ਬੈਠਣਾ ਹੀ ਔਖਾ ਹੈ, ਲੇਕਿਨ ਉਹ ਲੋਕ 8 ਘੰਟੇ ਬਿਲਕੁਲ ਡਿਸਿਪਲਿਨ 'ਚ ਰਹਿ ਕੇ ਬੈਠੇ ਹੈ। ਅਤੇ ਇੱਥੇ ਕਹਿੰਦੇ ਕੂਕਾਂ ਪੈਂਦੀਆਂ ਰਹੀਆਂ, ਅਤੇ ਉਹ ਕਹਿੰਦਾ ਰਿਹਾ ਵੀ ਜੇ ਤੁਸੀਂ ਚੀਕਾਂ ਮਾਰਨੋਂ ਨਾ ਹਟੇ ਮੈਂ ਵਗ ਜੂ। ਇਹਦਾ ਮਤਲਬ ਹੈ ਉਹਨੇ ਜਿਹੜਾ ਆਪਦਾ ਪਰਸਨੈਲਿਟੀ ਕਲਟ ਸੀ ਉਹਨੂੰ ਉਭਾਰਨ ਦੀ ਸਾਜ਼ਿਸ਼ ਸੀ, ਅਤੇ ਜਿਹੜਾ ਉਹ ਸੀ ਉਹ ਸੀਰੀਅਸ ਕੱਟ ਸੀ, ਉੱਥੇ ਕੁਛ ਸਿਖਾਉਣ ਦੀ ਗੱਲ। ਐਕਚੁਅਲੀ ਜੂਥ ਦਾ ਜੂਥ ਹੀ ਆ ਨਾ, ਜਿਹੜਾ ਇਹਦੇ ਮਗਰ ਆਇਆ ਹੈ ਤਾਂ ਉਹ ਵੀ ਜੂਥ ਹੀ ਹੈ। ਉਹਨੂੰ ਕਿਵੇਂ ਮਤਲਬ ਇਸ ਪਾਸੇ ਲਾਇਆ ਜਾਵੇ। ਜੇ ਫਰਜ਼ ਕਰੋ ਚਲੋ ਸਿੱਧੂ ਮੂਸੇ ਵਾਲੇ ਦੀ ਗੱਲ ਹੈ, ਇਹ ਤੋਂ ਵੀ ਕੰਮ ਲਿਆ ਜਾ ਸਕਦਾ ਹੈ। ਇਹਨੂੰ ਕਿਉਂ ਨਹੀਂ ਮਤਲਬ ਇਹਨੂੰ ਵੀ ਵਰਤਿਆ ਜਾ ਸਕਦਾ ਹੈ। ਇਸ ਜਿਹੜਾ ਸਾਡਾ ਜੱਦੋਜਹਿਦ ਚੱਲ ਰਹੀ ਹੈ, ਜਿਹੜਾ ਘੋਲ ਚੱਲ ਰਿਹਾ, ਜੇ ਇਹਨੂੰ ਫਾਲੋ ਕਰ ਰਹੀ ਹੈ ਨੌਜਵਾਨੀ, ਤਾਂ ਇਹਨੂੰ ਵੀ ਇਸ ਤਰ੍ਹਾਂ ਦਾ ਕਿਉਂ ਨਹੀਂ ਸਾਡੀਆਂ ਜਥੇਬੰਦੀਆਂ ਜਾਂ ਸਾਡੇ ਜਿਹੜੇ ਸੁਹਿਰਦ ਲੋਕ ਨੇ ਉਹ ਇਸ ਤਰ੍ਹਾਂ ਉਸ ਇਕੱਠ ਨੂੰ ਵੀ ਵਰਤ ਸਕਦੇ ਨੇਗੇ। ਮੈਂ ਪਹਿਲਾਂ ਜਿੱਥੋਂ ਗੱਲ ਤੋਰੀ ਸੀ ਨਾ, ਮੈਂ ਮੁੜ ਉੱਥੇ ਹੋਣਾ ਜੀ। ਜਥੇਬੰਦਾ ਪੁੱਤ ਇੱਕ ਡਿਸਿਪਲਿਨ ਹੁੰਦਾ ਹੈ ਜੀ, ਕਿਸੇ ਵਿਚਾਰਧਾਰਾ ਦਾ ਇੱਕ ਡਿਸਿਪਲਿਨ ਹੈ। ਜਿਵੇਂ ਹੁਣ ਤੂੰ ਐਂ ਲਾ ਲੈ ਵੀ ਦੁਨੀਆ ਉੱਤੇ 2 ਫਿਲੋਸਫੀਆਂ ਹੀ ਹੈ, ਇੱਕ ਵਿਚਾਰਵਾਦ, ਇੱਕ ਪਦਾਰਥਵਾਦ ਹੈ ਜੀ। ਠੀਕ ਹੈ। ਮੈਂ ਇੱਕ ਤੈਨੂੰ ਛੋਟੀ ਜਿਹੀ ਕਹਾਣੀ ਦੱਸਦਾ। ਜਦੋਂ ਵਿਚਾਰਵਾਦ ਅਤੇ ਪਦਾਰਥਵਾਦ ਦਾ ਅਸੀਂ ਨਿਖੇੜਾ ਕਰਦੇ ਹਾਂ ਜੀ, ਅਤੇ ਜੇ ਬਾਬਾ ਨਾਨਕ ਜੀ ਨੂੰ ਪਦਾਰਥਵਾਦੀ ਮੰਨੀਏ ਆਪਾਂ, ਨਹੀਂ ਮੰਨਿਆ ਜਾ ਸਕਦਾ। ਹਾਂ, ਵਿਚਾਰਵਾਦ ਦੇ ਵਿਰੁੱਧ ਬਾਬਾ ਜੀ ਨੇ ਐਡੀ ਵੱਡੀ ਫਾਈਟ ਦੇਤੀ ਕਿ ਉਹ ਪਦਾਰਥਵਾਦੀ ਲੱਗਣ ਲੱਗ ਗਏ। ਛੋਟੀ ਜਿਹੀ ਗੱਲ ਹੀ ਆ, ਮੈਂ ਮਤਲਬ ਕਿ ਪੇਪਰ ਲਿਖਿਆ ਏਕੇ ਦੀ ਕਰਾਮਾਤ। ਪਹਿਲਾਂ ਓਮ ਸੀ, ਓਮ ਦੇ ਜਦੋਂ ਓਮ ਲਿਖਦੇ ਆ ਤਾਂ ਉਹਦੇ ਵਿੱਚ ਸਾਰੇ ਦੇਵੀ ਦੇਵਤੇ ਰੱਬ ਰੂਪ ਸਾਰਾ ਵਿੱਚ ਆ ਜਾਂਦਾ, ਜਿਹੜਾ ਝੂਠ ਹੈ। ਬਾਬਾ ਜੀ ਕਹਿੰਦੇ ਨਹੀਂ, ਇੱਕ ਓਮ ਏਕਾ। ਬਾਬੇ ਨੇ ਓਮ ਦੇ ਮੂਹਰੇ ਲਾ ਕੇ ਸਾਰੇ ਕੁਛ ਨੂੰ ਰੱਦ ਕਰਤਾ। ਐਡੀ ਵੱਡੀ ਫਿਲਾਸਫੀ ਸੀ। ਲੇਕਿਨ ਇੱਕ ਥਾਂ ਤੇ ਹੈ ਪੈਟਰਨ ਹੈ, ਇੱਕ ਜਥੇਬੰਦੀਆਂ ਦਾ ਕੋਈ ਡਿਸਿਪਲਿਨ ਹੈ। ਸਮਝ ਗਏ ਨਾ? ਡਿਸਿਪਲਿਨ ਕੀ ਹੈ? ਮੈਂ ਤੈਨੂੰ ਸਪਸ਼ਟ ਕਹਿ ਦੇਣਾ ਕਿ ਸਟੇਟ ਨੇ ਜਿਹੜੀ ਚੀਜ਼ ਖਰੀਦ ਲਈ, ਮਹਿਲਾਂ ਦੀ ਸ਼ਾਨ ਜੀ ਤੇ ਪੈ ਗਈ, ਉਹ ਚਾਹੇ ਕਲਮ ਹੋਵੇ ਜੀ, ਉਹ ਚਾਹੇ ਗਾਇਕੀ ਹੋਵੇ, ਠੀਕ ਹੈ, ਉਹ ਚਾਹੇ ਨਾਟਕ ਹੋਵੇ, ਉਹ ਲੋਕਾਂ ਦੀ ਗੱਲ ਨਹੀਂ ਕਰੂਗੀ। ਉਦਾਹਰਨ ਹੈ ਇਤਿਹਾਸ 'ਚ। ਇਹ ਤਾਂ ਬਿਲਕੁਲ ਸੱਚ ਆ ਤੁਹਾਡੀ ਗੱਲ। ਬਾਬੇ ਨਾਨਕ ਦੀ ਕਲਮ ਵਿਕੀ ਨਹੀਂ, ਮਰਦਾਨੇ ਦੀ ਕਲਮ ਵਿਕੀ ਨਹੀਂ, 10 ਗੁਰੂਆਂ ਦੀ ਕਲਮ ਵਿਕੀ ਨਹੀਂ, ਜਿਨ੍ਹਾਂ ਨੇ ਗੁਰਬਾਣੀ ਰਚੀ, ਅਤੇ ਉਸ ਕਲਮ ਨੇ ਪਟਕਾ ਕੇ ਰੱਖਤਾ। ਤੂੰ ਆਪ ਹੀ ਕਹਿਣਾ ਹੁੰਦਾ ਵੀ ਬਾਬੇ ਨਾਨਕ ਤੋਂ ਚੱਲੀ ਗੁਲ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੋ ਗਿਆ, ਪਰ ਮਹਾਰਾਜਾ ਰਣਜੀਤ ਸਿੰਘ ਫੇਰ ਉਹਨਾਂ 'ਚ ਰੁਲ ਗਿਆ ਜੀ। ਉਹ ਮਹਾਰਾਜਾ ਰਣਜੀਤ ਸਿੰਘ ਅਸੀਂ ਕਿਵੇਂ ਕਹਾਂਗੇ ਜਿਹੜਾ ਕੰਜਰੀ ਦੇ ਘਰੇ ਪਿਆ ਰਿਹਾ ਜੀ। ਬਾਬੇ ਦੀ ਗੱਲ ਕਿੰਨੀ, ਲੇਕਿਨ ਕਰੈਕਟਰ ਘਟਦਾ। ਜੋ ਮਹਾਰਾਜਾ ਰਣਜੀਤ ਸਿੰਘ ਦੇ ਇਤਿਹਾਸ 'ਤੇ ਮੈਂ ਆਉਣਾ ਤਾਂ ਜੇ ਤੁਸੀਂ ਬਾਬੇ ਨਾਨਕ ਜੀ ਦੀ ਗੱਲ ਨੂੰ ਮਹਾਰਾਜਾ ਰਣਜੀਤ ਸਿੰਘ 'ਤੇ ਟਿਕਾ ਕੇ ਦੇਖੋ, ਬਿਲਕੁਲ ਉੱਥੇ ਬਾਬੇ ਨਾਨਕ ਦੀ ਜਿਹੜੀ ਉਹ ਕਿਰਤ ਕਰੋ ਵੰਡ ਛਕੋ ਨਾਮ ਜਪੋ ਦੀ ਜਿਹੜੀ ਗੱਲ ਹੈ, ਰਣਜੀਤ ਸਿੰਘ ਤੋਂ ਪਰੇ ਹੈ। ਸੋ ਜਿਹੜੀ ਰਾਜਨੀਤੀ ਹੈ ਨਾ ਸਟੇਟ ਦੀ, ਜਿਹੜੀਆਂ ਰਾਜ ਕਰਨ ਵਾਲੀਆਂ ਸ਼ਕਤੀਆਂ, ਜਿਹੜੇ ਉਹਨਾਂ ਦੇ ਖਰੀਦੇ ਹੋਏ ਬੰਦੇ ਆ, ਜਿਹੜਾ ਉਹਨਾਂ ਦੇ ਮਹਿਲਾਂ ਦੇ ਵਿੱਚ ਇੱਕ ਵਾਰੀ ਜਾਏ, ਉਹ ਪੁੱਤ ਜਥੇਬੰਦੀਆਂ ਲੋਕਾਂ ਨਾਲ ਨਹੀਂ ਲੜਦੇ ਹੁੰਦੇ। ਇਸ ਕਰਕੇ ਜਥੇਬੰਦੀਆਂ ਕਹਿੰਦੀਆਂ ਸਿੱਧੂ ਮੂਸੇ ਵਾਲਿਆਂ ਤੋਂ ਆਪਾਂ ਸੱਦ ਲੈਂਦੇ ਹਾਂ ਕੱਲ੍ਹ ਨੂੰ ਇੱਥੇ, ਆਪਾਂ ਕਹਿ ਦੇਣਾ ਅਗਰਾਹਾਂ ਹੋਰ ਨੂੰ ਵੀ ਯਾਰ ਇੱਕ ਵਾਰੀ ਸੱਦ ਲਓ। ਤੂੰ ਇਮਾਨਦਾਰ ਨਾਲ ਮੇਰਾ ਤੈਨੂੰ ਸਵਾਲ ਆ, ਸੁਣਾਵੋ ਕੀ ਸੁਣਾਊ ਇੱਥੇ ਆ ਕੇ? ਲੋਕਾਂ ਦੀ ਕਿਹੜੀ ਗੱਲ ਕਰੂਗਾ? ਨਹੀਂ ਕਰ ਸਕਦਾ। ਠੀਕ ਹੈ, ਟੀ ਵੀ 'ਤੇ ਹੈ, ਟੀ ਤੇ ਤੁਸੀਂ ਉਹਦੀ ਨਿਊਜ਼ ਤਾਂ ਫਲੈਸ਼ ਕਰ ਦਿਓਗੇ, ਤੇਰੀ ਮਜਬੂਰੀ ਇਹ। ਕਿਸੇ ਇਕੱਠ ਦੀ, ਕਿਸੇ ਲੋਕਾਂ ਦੀ ਉਭਾਰ ਦੀ, ਕਿਸੇ ਲੋਕਾਂ ਦੀ ਗੱਲ ਦੀ ਤੁਸੀਂ ਨਿਊਜ਼ ਤਾਂ ਦੇ ਦਿਓਗੇ ਵੀ ਇੱਥੇ ਇੰਨਾ ਇਕੱਠ ਹੋਇਆ ਜੀ, ਲੇਕਿਨ ਉਹਦੀ ਜਿਹੜੀ ਰਾਜਨੀਤੀ ਹੈ ਨਾ ਉਸ ਇਕੱਠ ਦੀ, ਉਹਨੂੰ ਤੁਹਾਡਾ ਟੀ ਕਦੇ ਪ੍ਰਚਾਰ ਨਹੀਂ ਹੋਣ ਦੇਊਗਾ। ਕਿਉਂ ਵੀ ਤੈਨੂੰ ਸਵਾਲ ਹੈ, ਮੇਰੀ ਆਵਾਜ਼ ਘੱਟ ਹੈ, ਮੈਨੂੰ ਗਾਉਣਾ ਨਹੀਂ ਆਉਂਦਾ, ਮੈਨੂੰ ਰਾਗ ਨਹੀਂ ਆਉਂਦੇ, ਬਿਲਕੁਲ ਮੈਨੂੰ ਟੀ 'ਤੇ ਕਿਉਂ ਨਹੀਂ ਚੜਾਇਆ? ਅਗਲੇ ਕਹਿੰਦੇ ਮੇਰੇ ਨਾਲ ਹੋਈ ਹੈ, ਜਲੰਧਰ ਮੈਂ ਵਗ ਗਿਆ, ਮੁੰਡੇ ਆਪਣੇ ਦੀਪੀ ਵਰਗੇ ਲੱਗ ਕੇ ਕਹਿਣ ਵੀ ਨਹੀਂ ਪਾਪਾ ਚੱਲਾਂਗੇ, ਟੀ ਦੇ ਦਫ਼ਤਰ ਪਹੁੰਚ ਗਏ। ਉੱਥੇ ਕੋਈ ਮਿੱਤਰ ਸੀਗਾ ਤੇਰੇ ਵਰਗਾ, ਮੈਂ ਆਖਿਆ ਯਾਰ ਮੈਂ ਤਾਂ ਟੀ ਤੋਂ ਗੀਤ ਗਾਉਣਾ ਹੈ। ਉਹ ਕਹਿੰਦੇ ਗੱਲ ਹੈ, ਬੜਾ ਖੁਸ਼ ਹੋਇਆ, ਕੁਰਸੀ ਦਿੱਤੀ, ਚਾਹ ਪਿਆਈ। ਉਹਨਾਂ ਮੇਰੇ ਮੂਹਰੇ ਲਿਸਟ ਰੱਖਤੀ, ਕਹਿੰਦੇ ਆਪਦੀਆਂ ਡਾਇਰੀਆਂ ਭਰੇ ਕਰ ਲਾ, ਆਹ ਗੀਤ ਗਾ ਦੇ। ਫਿਰ ਜਗਰਾਜ ਤੋਲਾ ਝਾਂਜਰਾਂ ਦਾ ਗੀਤ ਕਿੱਥੇ ਗਾ ਲੂ?
ਮੈਨੂੰ ਧੀ ਦੀਆਂ ਝਾਂਜਰਾਂ ਇਹ ਨਹੀਂ ਵੀ ਦੁਪਿਆਰੀਆਂ, ਮੇਰੀ ਵੀ ਧੀ ਦੇ ਝਾਂਜਰਾਂ ਪਾਈਆਂ ਹੋਈਆਂ, ਮੇਰੀ ਨੂੰਹ ਨੇ ਪਾਈਆਂ, ਮੇਰੀ ਤੇਰੀ ਆਂਟੀ ਨੇ ਪਾਈਆਂ ਜੀ, ਸਾਡੇ ਸੱਭਿਆਚਾਰ ਦਾ ਹਿੱਸਾ ਹੈ। ਜੀ, ਲੇਕਿਨ ਜਿਹੜਾ ਉਹ ਗੀਤ ਸੀ ਉਹ ਪੁੱਤ ਸੈਕਸੁਅਲੀ ਸੀ। ਜੀ, ਸੋ ਇਸ ਕਰਕੇ ਮੈਂ ਇਹ ਬਿਲਕੁਲ ਤੇਰੇ ਨਾਲ ਸਹਿਮਤ ਹਾਂ ਬਈ ਸਿੱਧੂ ਮੂਸੇ ਵਾਲੇ ਜਿਹੜਾ ਮੌਬ ਸੀ, ਜੀ, ਜਵਾਨ ਸੀ, ਉਹਨਾਂ ਨੂੰ ਵਰਤਿਆ ਜਾ ਸਕਦਾ, ਲੇਕਿਨ ਕੁਝ ਟਾਈਮ ਲਾ ਕੇ ਜੀ, ਉਹਨਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਸਮਝਾ ਕੇ ਪ੍ਰਚਾਰ ਕਰਕੇ ਵਿਚਾਰ ਕੀ ਹੁੰਦਾ ਹੈ, ਥਾਟ ਕੀ ਹੁੰਦਾ ਹੈ, ਜਥੇਬੰਦੀਆਂ ਕਿਵੇਂ ਚੱਲਦੀਆਂ, ਜਥੇਬੰਦੀ। ਤੈਨੂੰ ਇੱਕ ਛੋਟੀ ਜਿਹੀ ਉਦਾਹਰਨ ਇੱਥੇ ਦੇ ਦੇਣਾ। ਪਰਸੋਂ ਤੋਂ ਪਹਿਲੇ ਦਿਨ ਇੱਥੇ ਆਪਣੇ ਤੇਰੇ ਬਰਨਾਲੇ ਸਟੇਸ਼ਨ 'ਤੇ ਧਰਨਾ ਲੱਗਿਆ, ਜੀ, ਤਾਂ ਇੱਕ ਬੰਦਾ ਮੁੰਡਾ ਸੀ, ਨੌਜਵਾਨ, ਬੜਾ ਤੇਜ਼। ਉਹ ਪਹਿਲਾਂ ਤਾਂ ਉਹ ਕਹਿੰਦਾ ਜੀ ਸਾਨੂੰ ਟਾਈਮ ਦਿਓ, ਜੀ, ਟਾਈਮ ਸਟੇਜ ਨੇ ਨਹੀਂ ਦਿੱਤਾ। ਉਹ ਵਾਈਟ ਹੀ ਆਪ ਕਰਦਾ ਫਿਰੇ, ਜੀ, ਜੀ, ਜਿੱਥੇ ਜੋਗਿੰਦਰ ਅਗਰਾਹਾਂ ਬੈਠਾ ਹੈ, ਜਿੱਥੇ ਉਹਨਾਂ ਦਾ ਡਿਸਟ੍ਰਿਕਟ ਦਾ ਸੈਕਟਰੀ ਬੈਠਾ ਹੈ, ਜਿੱਥੇ ਡਿਸਟ੍ਰਿਕਟ ਦਾ ਪ੍ਰਧਾਨ ਬੈਠਾ ਹੈ, ਜਿੱਥੇ ਹੋਰ ਸਟੇਟ ਕਮੇਟੀ ਦੇ 3 ਮੈਂਬਰ, ਉਹਨੂੰ ਕੋਈ ਜਾਣਦਾ ਨਹੀਂ ਕਰਦਾ ਨਹੀਂ। ਉਹ ਕਹੇ ਮੈਥੋਂ ਤਿੰਨ ਮਤਲਬ ਮੈਂ ਸ਼ਬਦਾਂ ਨਹੀਂ ਵਰਦਾ, 3 ਪੱਤਰਕਾਰ ਤੁਹਾਡੇ ਨਾਲ ਦੇ ਬਰਨਾਲੇ ਦੇ ਉਹਦੀ ਵਾਈਟ ਲੈ ਗਏ। ਜੀ, ਹੁਣ ਖਬਰ ਉਹ ਵਾਈਟ 'ਚ ਉਹਨੇ ਕੀ ਬੋਲਿਆ ਹੋਣਾ। ਜੀ, ਇਹ ਡਿਸਿਪਲਿਨ ਹੈ। ਸੋ ਵਰਤਣੇ ਚਾਹੀਦੇ ਆ। ਮੈਂ ਤਾਂ ਇਸ ਗੱਲ ਦਾ ਧਾਰਨੀ ਵੀ ਹਾਂ, ਜਿਹੜੇ ਵੀ ਗਾਇਕ ਗਾਉਂਦੇ ਆ, ਅਗਰ ਹੈ ਤਾਂ ਲੋਕਾਂ ਦੇ ਗੀਤ ਨਾ, ਉਹਨਾਂ ਨੂੰ ਵੀ ਸਿਖਾ ਕੇ ਮੋੜ ਕੇ ਲਹਿਰ ਦੇ ਹੱਕ 'ਚ ਵਰਤਣਾ ਚਾਹੀਦਾ। ਪਰ ਉਦੋਂ ਜਦੋਂ ਉਹ ਸਿੱਖ ਜਾਣ ਅਤੇ ਸਟੇਟ ਜਿਹੜੇ ਮਹਿਲ ਨੇ, ਮਹਿਲਾਂ ਦੇ ਪਰਛਾਵੇਂ ਨੂੰ ਐਂ ਕਹਿਣ ਲੱਗ ਜਾਣ ਵੀ ਜੇ ਸਾਡੇ 'ਤੇ ਮਹਿਲਾਂ ਦਾ ਪਰਛਾਵਾਂ ਪੈ ਗਿਆ, ਜਾਣੀ ਉਹਨਾਂ ਦੀ ਚੁੰਝ ਹੈ ਜਿਹੜੀ ਉਹ ਸਿਉਣੇ ਦੀ ਨਾ ਹੋਵੇ, ਵਰਤਾਂਗੇ। ਲੋਕ ਲਹਿਰ ਦਾ ਇਹਦਾ ਭਵਿੱਖ ਕੀ ਸਮਝਦੇ ਹੋ ਆਖਰ ਦੇ ਵਿੱਚ? ਆਪਾਂ ਮੁੱਖ ਦੀ ਗੱਲ ਕਰੀਏ। ਮੈਂ ਅਜੇ ਤੁਹਾਡਾ ਕੁਐਸਚਨ ਨਹੀਂ ਸਮਝਿਆ। ਲੋਕ ਲਹਿਰ 2 ਤਰ੍ਹਾਂ ਦੀ, ਇੱਕ ਤਾਂ ਜਿਹੜੀ ਆਮ ਚੱਲ ਰਹੀ ਹੈ, ਇਨਕਲਾਬ ਵੱਲ, ਇੱਕ ਤਾਂ ਅੱਜ ਦੇ ਉਭਾਰ ਆ ਜਿਹੜਾ ਕਿਸਾਨੀ ਘੋਲ ਦੇ ਵਿੱਚ ਉੱਭਰ ਕੇ ਆ ਰਿਹਾ ਹੈਗਾ, ਇਹਦਾ ਭਵਿੱਖ ਕੀ ਦੇਖਦੇ ਹੋ? ਵੀ ਇਹ ਕਿਉਂਕਿ ਲੜਾਈ ਬਹੁਤ ਲੰਬੀ ਆ, ਇਹ ਐਡੀ ਛੇਤੀ ਅੱਜ ਹਜੇ ਜਿਹੜੇ ਆਰਡੀਨੈਂਸ ਨੇ ਉਹ ਕਾਨੂੰਨ ਦਾ ਰੂਪ ਲੈ ਰਹੇ ਆ, ਉਦੋਂ ਬਾਅਦ ਉਹਨਾਂ ਨੇ ਲਾਗੂ ਹੋਣਾ, ਫਿਰ ਸਾਡੇ 'ਚ ਪਾਟਕ ਪਾਉਣੇ ਆ, ਫਿਰ ਮਤਲਬ ਤਰ੍ਹਾਂ ਦੀਆਂ ਗੱਲਾਂ ਹੋਣਗੀਆਂ। ਇਹ ਏਕਾ ਤੋੜਿਆ ਜਾਊ, ਕਿਸਾਨਾਂ ਨੂੰ, ਮਜ਼ਦੂਰ ਨੂੰ ਤੋੜਿਆ ਜਾਣਾ। ਇਹ ਜਿਹੜਾ ਇਕੱਠ ਹੈ, ਇੰਨੀ ਲੰਬੀ ਲੜਾਈ ਲੜੀ ਜਾ ਸਕਦੀ ਹੈ। ਕਿਸ ਤਰ੍ਹਾਂ ਜਿਹੜਾ ਯੂਥ ਅੱਜ ਨਿਕਲਿਆ, ਇਹ ਸਾਰੇ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਵੀ ਉੱਧਰਲੇ ਇਕੱਠ ਦਾ ਅਤੇ ਇੱਧਰਲੇ ਇਕੱਠ ਦਾ ਫਰਕ ਹੈ, ਜਿਹੜੇ ਸਿਆਣੇ ਇਕੱਠ ਦੀ ਗੱਲ ਕਰਦੇ ਹੋ ਉਹ ਕਿੱਥੋਂ ਤੱਕ ਜਾਊ? ਹਾਂ, ਸਵਾਲ ਤੇਰਾ ਬਹੁਤ ਵਧੀਆ ਸਵਾਲ ਹੈ। 2022 ਆ ਗਈ ਹੈ, ਰਾਜਨੀਤਿਕ ਦੰਦੇ ਉਹ ਵੀ ਤੱਤੇ ਕਰੀ ਫਿਰਦੇ ਨੇ। ਬਿਲਕੁਲ ਤੁਹਾਡੀ ਗੱਲ ਠੀਕ ਹੈ। ਇੱਕ ਦੰਦੇ ਦਿੱਲੀੋਂ ਕਢਾ ਕੇ ਲਿਆ ਤਾਜ਼ੇ ਹੁਣ ਉਹ ਕਹਿੰਦਾ ਮੈਂ ਮੁੱਸ ਲੈਣਾ ਹੁਣ ਸਾਰ। ਆਪਾਂ ਇੱਥੇ ਕੇਂਦਰਿਤ ਰੱਖੀਏ ਜਿਹੜੇ ਦੰਦਿਆਂ ਦੀ ਗੱਲ ਕਰਦਾ। ਦੰਦੇ ਤਾਂ ਮੈਨੂੰ ਐਂ ਲੱਗਦਾ ਜਿਨ੍ਹਾਂ ਦੰਦਿਆਂ ਦੀ ਗੱਲ ਕਰਦਾ, ਮੇਰੀ ਨਿੱਜੀ ਸੋਚ ਹੈ, ਮੈਂ ਕੋਈ ਵਿਚਾਰਧਾਰਾ ਵਾਲੀ ਨਹੀਂ, ਨਿੱਜੀ ਜਗਰਾਜ ਤੁਹਾਡੇ ਦੀ ਸੋਚ ਹੈ ਵੀ ਇਹ ਭਾਜਪਾ ਦੀ ਸੈਕੰਡ ਟੀਮ ਹੈ ਜੀ, ਦੰਦਿਆਂ ਵਾਲੇ। ਜੀ ਬਿਲਕੁਲ। ਮਤਲਬ ਇਹ ਅਗਲਿਆਂ ਨੇ ਕਾਂਗਰਸ ਨੂੰ ਵਰਤਿਆ। ਆਹ ਜਿਹੜਾ ਆਰਡੀਨੈਂਸ ਹੈ, ਆ ਜਿਹੜਾ ਅੱਜ ਲਾਗੂ ਇਹਨੇ ਮੋਦੀ ਨੇ ਕੀਤਾ, 1991 ਦੇ ਹੈ ਜੀ। 1991 ਤੋਂ ਵੀ ਪਹਿਲਾਂ 1965 'ਚ ਮੈਂ 10ਵੀਂ ਕਰਦਾ, ਮੇਰੇ ਐਗਜ਼ੈਕਟ ਡੇਟ ਯਾਦ ਨਹੀਂ, ਇੱਕ ਡੰਕਲ ਪ੍ਰਪੋਜ਼ਲਸ ਆਈਆਂ ਜੀ। ਉਹਦਾ ਪੰਜਾਬੀ ਅਨੁਵਾਦ ਅਸੀਂ ਲੋਕਾਂ 'ਚ ਵੰਡਿਆ ਜੀ। ਅਤੇ ਮੇਰੇ ਪਿੰਡ ਦੀ ਧਾਰ ਲੈ, ਮੈਂ ਇੱਕ ਬੁੱਧੀਜੀਵੀ ਸਿਆਣਾ ਬੰਦੇ ਨੂੰ ਬੁੱਧ ਦਿੱਤਾ, ਮੈਂ ਕਿਹਾ ਆਹ ਕੁਛ ਹੋਊਗਾ। ਉਹਨੇ ਮੈਨੂੰ ਮਾਂ ਦੀ ਗਾਲ ਦਿੱਤੀ, ਕਿਉਂਕਿ ਮੇਰਾ ਤਾਇਆ ਲੱਗਦਾ ਸੀ, ਪਿਆਰ ਨਾਲ ਮਾਂ ਦੀ ਗਾਲ ਦਿੱਤੀ, ਕਹਿੰਦਾ ਇਹ ਹੋ ਜੂ। ਇਹ ਡੰਕਲ ਪ੍ਰਪੋਜ਼ਲ ਤੋਂ ਗੱਲ ਚੱਲੀ ਵੀ ਹੈ। ਵਰਲਡ ਬੈਂਕ ਅਤੇ IMF ਦੀ ਜਿਹੜੀ ਸਾਰੀ ਪ੍ਰਪੋਜ਼ਲ ਸੀ, ਉਹ ਬੰਦੇ ਨਾਲ ਡੰਕਲ ਸੀ ਜਿਹਨੇ ਇਹ ਬਣਾਇਆ ਸੀ। ਅਤੇ ਉਹਨੇ ਗੱਲ ਕਹੀ ਸੀ ਵੀ ਜਿੱਦਾਂ ਤਜਵੀਜ਼ਾਂ ਮੇਰੀਆਂ ਕਿਸੇ ਦੇਸ਼ 'ਚ ਵੀ ਲਾਗੂ ਹੋ ਗਈਆਂ, ਉਹਦੇ ਇਨਕਲਾਬ ਖੜ੍ਹਾ ਹੋ ਜੂ। ਇਹ ਠੋਸ ਗੱਲ ਹੈ। ਨਰਸਿਮਹਾ ਰਾਓ ਨੇ ਜੀ ਥੋੜ੍ਹਾ ਜਿਹਾ ਤੇਜ਼ ਕੀਤਾ ਜੀ। ਉਦੋਂ ਬਾਅਦ ਨਰਸਿਮਹਾ ਰਾਓ ਅਗਲੇ ਨੂੰ ਚੰਗਾ ਨਾ ਲੱਗਿਆ ਜੀ। ਅਗਲੇ ਕਹਿੰਦੇ ਸਾਡਾ ਜਿਹੜਾ ਡਾਇਰੈਕਟਰ ਹੈ ਏਸ਼ੀਆ ਦੀ ਵਰਲਡ ਬੈਂਕ ਦਾ, ਮਨਮੋਹਨ ਸਿੰਘ, ਉਹਨੂੰ ਲਿਆਓ ਜੀ। ਉਸ ਬੰਦੇ ਨੇ ਆ ਕੇ ਇੱਥੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਜੀ। ਮਨਮੋਹਨ ਸਿੰਘ ਕਿਤੇ ਜਿੱਤੇ ਹੀ ਨਹੀਂ ਜੀ, ਕਿਤੋਂ ਵੀ ਨਹੀਂ ਜਿੱਤਿਆ, ਬਿਨਾਂ ਜਿੱਤਿਆ ਪ੍ਰਧਾਨ ਮੰਤਰੀ ਠੋਸਿਆ ਅਗਲੇ ਨੇ ਸਾਡੇ 'ਤੇ ਜੀ। ਮੋਦੀ ਨੇ ਆ ਕੇ ਅੱਗ ਹੀ ਲਾਤੀ ਜੀ। ਇਹ ਮੋਦੀ ਦੀ ਲਾਈ ਅੱਗ ਦੇ ਵਿੱਚ ਜਿਹੜਾ ਭੜਕਾਹਟ ਨਾਲ, ਮਤਲਬ ਭੜਕਾਹਟ ਹੈ ਅਤੇ ਡਰ ਹੈ ਜੀ। ਇਹਨੂੰ ਨਾ ਅਸਲ ਦੇ ਵਿੱਚ ਜੇ ਅਮਰੀਕਨ ਭਾਸ਼ਾ 'ਚ ਕਹਿਣਾ ਹੋਵੇ ਜੀ, ਜਿਹੜੇ ਬੱਚੇ ਅੱਜ ਆਏ ਆ, ਮੌਬ ਆਇਆ, ਬਹੁਤ ਖੁਸ਼ੀ ਦੀ ਗੱਲ ਹੈ, ਇਹਨੂੰ ਸਦਮੇ ਦਾ ਸਿਧਾਂਤ ਕਹਿੰਦੇ ਆ ਜੀ। ਮੈਨੂੰ ਡਰਾ ਤੂੰ ਜੀ, ਡਰਾ ਕੇ ਜਿਹੜਾ ਮਰਜ਼ੀ ਕੁਛ ਕਰ ਲੈ। ਲਹਿਰ ਉੱਠੀ ਹੈ, ਉੱਠਦੀਆਂ ਰਹੀਆਂ,
ਇਤਿਹਾਸ ਦੇ ਵਿੱਚ ਵੀ ਲਹਿਰਾਂ ਬਹੁਤ ਉੱਠੀਆਂ। ਇਹ ਨਹੀਂ ਹੈ ਵੀ ਮਤਲਬ ਸਾਡਾ ਇਤਿਹਾਸ ਚੁੱਪ ਹੈ, ਬੜੀਆਂ ਲਹਿਰਾਂ ਉੱਠੀਆਂ, ਲੋਕਾਂ ਨੇ ਰਾਜਾ ਨੂੰ ਭਾਜਣਾ ਪਾਈਆਂ। ਇਸ ਲਹਿਰ ਦੇ ਪ੍ਰਥਾਏ ਮੈਂ ਇਹ ਕਹਿ ਸਕਦਾ ਵੀ ਇਹ ਲਹਿਰ ਲੰਬੀ ਹੈ, ਇਹ ਘੋਲ ਲੰਬਾ ਹੈ। ਪਰ ਇੱਕ ਚੀਜ਼ ਹੈ, ਜੇ ਹਿੰਦੁਸਤਾਨ ਦੀਆਂ ਲੈਫਟ ਮੂਵਮੈਂਟਸ ਇਕੱਠੀਆਂ ਹੋ ਗਈਆਂ ਜਾਂ ਉਹ ਲੋਕ ਜਿਹੜੇ ਬੇਸ਼ੱਕ ਲੈਫਟ ਮੂਵਮੈਂਟ ਨਾਲ ਨਹੀਂ ਖੜੇ ਤੇ ਇਹ ਕਹਿੰਦੇ ਯਾਰ ਹਿੰਦੁਸਤਾਨ ਸਾਡਾ, ਕਲਚਰ ਸਾਡਾ, ਯਾਰ ਅਸੀਂ ਆਹ ਗੱਲ ਹੋਣ ਨਹੀਂ ਦੇਣੀ, ਸੁਹਿਰਦ, ਉਹ ਸਾਰੇ ਲੋਕ ਰਲ ਗਏ ਤੇ ਇੱਕ ਤਾਣਾ ਬਾਣਾ ਬਣ ਗਿਆ। ਤੇ ਇਹ ਹੋ ਵੀ ਸਕਦਾ ਕਿ ਮੋਦੀ ਨੂੰ ਇਹ ਆਰਡੀਨੈਂਸ ਵਾਪਸ ਲੈਣੇ ਪੈ ਜਾਣ। ਮੈਂ ਇਹਨਾਂ ਦੀ ਨਹੀਂ ਗੱਲ ਹੀ ਮਤਲਬ ਆਰਡੀਨੈਂਸ ਦੀ ਗੱਲ ਨਹੀਂ ਕਰਦਾ। ਜੇ ਆਪਾਂ ਲਹਿਰ ਦੀ ਗੱਲ ਹੀ ਕਰੀਏ, ਇੱਕ ਚੀਜ਼ ਤਾਂ ਸਪਸ਼ਟ ਹੈ, ਕੁਦਰਤ ਦਾ ਨਿਜ਼ਮ ਹੈ ਪੁੱਤ, ਤਬਦੀਲੀ ਇੱਕ ਥਾਂ ਤੇ ਮਤਲਬ ਜੇ ਤੁਸੀਂ ਕਹੋ ਇਤਿਹਾਸਿਕ ਥਾਂ ਤੇ ਖੜ ਜੂ, ਨਹੀਂ ਖੜਦਾ। ਬਹੁਤ ਲੋਕਾਂ ਨੇ ਕੋਸ਼ਿਸ਼ ਕੀਤੀ ਵੀ ਇਤਿਹਾਸ ਦੀ ਪੂਛ ਪੜ ਕੇ ਇਸ ਤਰ੍ਹਾਂ ਮਰੋੜ ਕੇ ਸਿੱਟ ਦਿਆਂਗੇ, ਇਤਿਹਾਸ ਨਹੀਂ ਖੜਿਆ। ਨੰਬਰ 2 ਤੇ ਸੱਭਿਆਚਾਰ ਨਹੀਂ ਖੜਦਾ ਹੁੰਦਾ, ਨੰਬਰ 3 ਤੇ ਜ਼ਿੰਦਗੀ ਨਹੀਂ ਖੜਦੀ ਹੁੰਦੀ। ਹੁਣ ਮੈਂ ਦੱਸਦੇ ਵੀ ਇਤਿਹਾਸ ਗਿਣ ਲਿਆ ਆਪਾਂ, ਸੱਭਿਆਚਾਰ ਗਿਣ ਲਿਆ, ਜ਼ਿੰਦਗੀ ਕਿਹੜਾ ਰਹਿ ਕੀ ਗਈ। ਜ਼ਿੰਦਗੀ ਨੇ ਵੀ, ਇਤਿਹਾਸ ਨੇ ਵੀ ਤੇ ਸੱਭਿਆਚਾਰ ਨੇ ਵੀ ਐਡਵਾਂਸ ਕਰਨਾ ਹੀ ਕਰਨਾ। ਇਹ ਵੀ ਰਾਜਨੀਤੀ 'ਚ ਹੈ। ਸ਼ਾਇਦ ਇਹ ਗੱਲ ਤੇਰੇ ਦਿਮਾਗ 'ਚ ਹੋਵੇ ਜਾਂ ਨਾ ਹੋਵੇ ਵੀ ਫਿਊਡਲ ਸਿਸਟਮ ਦੇ ਵਿੱਚੋਂ ਜਿਹੜੇ ਅੱਜ ਰਾਜ ਕਰ ਰਹੇ, ਪੂੰਜੀਪਤੀ ਰਾਜ ਕਰ ਰਹੇ, ਉਹ ਨਿਕਲਿਆ ਤੇ ਹੁਣ ਪੂੰਜੀਪਤੀ ਦਾ ਵਰਲਡ ਦੇ ਉੱਤੇ ਦਬਾਲਾ ਨਿਕਲ ਚੁੱਕਾ। ਇਸ ਤੋਂ ਬਾਅਦ ਕਿਰਤੀ ਦਾ ਰਾਜ ਆਉਣਾ ਹੀ ਆਉਣਾ ਹੈ। ਸੋ ਮੈਂ ਇਸ ਲਹਿਰ ਨੂੰ ਉਸੇ ਤਰਜ਼ੇ ਜ਼ਿੰਦਗੀ ਤੋਂ ਦੇਖਦਾ। ਹਾਂ, ਜੇ ਜਥੇਬੰਦਕ ਲੋਕ ਇਸ ਮੂਵ ਨੂੰ ਜਿਹੜੀ ਅੱਜ ਬਣੀ ਹੈ, ਜਿਹੜਾ ਮੌਬ ਆ ਰਿਹਾ ਹੈ, ਜਿਹੜਾ ਮਤਲਬ ਨੌਜਵਾਨ ਤਬਕਾ ਆ ਰਿਹਾ ਹੈ, ਜਿਹਨੇ ਸ਼ਕਤੀ ਬਣਨਾ ਹੈ, ਮਤਲਬ ਇਨਕਲਾਬ ਦੀ ਕਹਿ ਲਈਏ ਜਾਂ ਲਹਿਰ ਦੀ, ਜੇ ਉਸ ਨੂੰ ਇਹ ਚੰਗੀ ਤਰ੍ਹਾਂ ਲੈਸ ਨਾ ਕਰ ਸਕੇ, ਉਸ ਨੂੰ ਸਕੂਲਿੰਗ 'ਚ ਨਾ ਪਾ ਸਕੇ, ਉਸ ਨੂੰ ਇਸ ਪਾਸੇ ਸੇਧ ਨਾ ਦੇ ਸਕੇ, ਤੇ ਇਹ ਲੋਕ ਜਿਵੇਂ ਆਏ ਹੈ ਉਵੇਂ ਮੁੜ ਜਾਣਗੇ। ਇਹੀ ਖਤਰਾ ਬਹੁਤ ਵੱਡੀ ਗੱਲ ਹੈ, ਇਹ ਸਭ ਤੋਂ ਵੱਡਾ ਖਤਰਾ ਹੈ। ਬਿਲਕੁਲ ਹਾਂਜੀ। ਤੇ ਇਤਿਹਾਸ ਵੀ ਦੱਸਦਾ ਹੈ। ਇੱਕ ਜਿਹੜੀ ਤੁਸੀਂ ਲੈਫਟ ਦੀ ਗੱਲ ਕਰਦੇ ਹੋ ਜਾਂ ਵੈਸੇ ਵੀ ਗੱਲ ਚੱਲਦੀ ਹੈ, ਰਾਸ਼ਟਰਵਾਦ ਦੀ ਗੱਲ ਚੱਲਦੀ ਹੈਗੀ, ਇੱਕ ਬੋਲੀ, ਇੱਕ ਨੇਸ਼ਨ, ਇੱਕ ਮੰਡੀ, ਇੱਕ ਫਲਾਨਾ, ਇੱਕ ਆਹ। ਅਤੇ ਦੂਸਰੇ ਪਾਸੇ ਪਿਛਲੇ ਸਮੇਂ ਤੋਂ ਹੀ ਪੰਜਾਬ ਦੇ ਵਿੱਚ ਚੱਲਦਾ ਰਿਹਾ ਫੈਡਰਲ ਢਾਂਚੇ ਦੀ ਮੰਗ ਚੱਲਦੀ ਰਹੀ ਹੈ। ਇਹਦੇ 'ਚੋਂ ਮਤਲਬ ਜਿਹੜਾ ਇਹ ਇੱਕ ਮੰਡੀ ਵਾਲਾ ਸਿਧਾਂਤ ਦੱਬੀ ਤੁਰੇ ਆਉਂਦੇ ਹੈਗੇ, ਇਹਦੇ ਵਿੱਚੋਂ ਜਿਹੜੀਆਂ ਇਹ ਮੂਵਮੈਂਟਾਂ ਨੇ ਉਸ ਪਾਸੇ ਵੱਲ ਨਹੀਂ, ਵੱਧ ਅਧਿਕਾਰਾਂ ਵੱਲ ਨਹੀਂ ਜਾਊਗੀ ਇਹ ਗੱਲ। ਇਹ ਇਕੱਲਾ ਕਿਸਾਨੀ ਘੋਲ ਤੋਂ ਅੱਗੇ ਵੱਧ ਕੇ ਇਸ ਪਾਸੇ ਵੱਲ ਨਹੀਂ ਤੁਰੂਗੀ। ਦੇਖੋ, ਜਿੱਥੋਂ ਤੱਕ ਗਲੋਬਲ ਪਿੰਡ ਦੀ ਗੱਲ ਤੁਸੀਂ ਕੀਤੀ ਹੈ ਜੀ, ਬਾਕਾਇਦਗੀ ਨਾਲ ਵਰਲਡ ਦੇ ਲੈਵਲ ਦੇ ਉੱਤੇ ਜੋ ਅੱਜ ਜੀ ਰਾਜ ਕਰਨ ਵਾਲੀਆਂ ਸ਼ਕਤੀਆਂ ਨੂੰ ਚਲਾ ਰਹੀ ਕਹਾਂਗੇ ਆਪਾਂ ਥਾਟ ਹੈ ਜੀ, ਜਾਂ ਥਿੰਕ ਟੈਂਕ ਹੈ ਜੀ, ਇਹ ਥਿੰਕ ਟੈਂਕ ਦੀ ਸੋਚ ਹੈ ਕਿ ਗਲੋਬਲ ਪਿੰਡ, ਜੀ, ਇੱਕ ਸੱਭਿਆਚਾਰ, ਇੱਕ ਇਤਿਹਾਸ, ਇਹ ਕਦੇ ਵੀ ਨਹੀਂ ਹੋ ਸਕਦਾ। ਜੀ, ਇਹ ਗੈਰ ਜਮਹੂਰੀ ਗੱਲ ਹੈ, ਯਾਨੀ ਕਿ ਠੋਸੀ ਵੀ ਗੱਲ ਹੈ। ਜੀ, ਤੁਹਾਡਾ ਜਿਹੜਾ ਕਲਚਰ ਹੈ, ਤੁਹਾਡਾ ਜਿਹੜਾ ਸਿਸਟਮ ਹੈ, ਤੁਹਾਡਾ ਜਿਹੜੀ ਹਾਲਤ ਹੈ, ਤੁਹਾਡਾ ਜਿਹੜਾ ਸਰੀਰਕ ਬਣਤਰ ਹੈ, ਤੁਹਾਡੀ ਜਿਹੜੀ ਵਾਤਾਵਰਨ ਹੈ, ਉਹ ਇੰਗਲੈਂਡ ਨਾਲ ਕਿਵੇਂ ਮਿਲ ਜੂ? ਬਿਲਕੁਲ ਇਹ ਨਹੀਂ ਹੋ ਸਕਦਾ। ਇਹ ਬਾਕਾਇਦਗੀ ਨਾਲ ਇੱਥੇ ਜਿਹੜੀ ਅੱਜ ਦੀ ਲਹਿਰ ਹੈ, ਜਿਹੜੀ ਨੌਜਵਾਨ, ਜਿਹੜਾ ਤੁਸੀਂ ਪਿੱਛੇ ਆਪਾਂ ਗੱਲ ਕਰਕੇ ਆਏ, ਜਿਹੜਾ ਨੌਜਵਾਨ ਗੁੰਮਰਾਹ ਹੋਇਆ ਵੈ, ਤੇ ਅੱਜ ਜਿਹੜਾ ਕਿਸੇ ਵੀ ਕਾਰਨ ਕਹਿ ਲਈਏ, ਜੋ ਮੈਂ ਕਾਰਨ ਦਾ ਜ਼ਿਕਰ ਕਰ ਹੀ ਦਿੱਤਾ, ਉਹ ਨਾਲੇ ਦੇ ਨਹੀਂ ਜੁੜਦਾ ਜਾਂ ਅੱਜ ਜੁੜ ਰਿਹਾ, ਉਹ ਇੱਕ ਮੰਡੀ ਵਾਲਿਆਂ ਦੀ ਦੇਣੀ ਹੈ ਜੀ। ਗਲੋਬਲ ਪਿੰਡ ਦੇ ਵਿੱਚ ਹੀ ਸਾਰਾ ਕੁਝ ਨਿਕਲਦਾ ਹੈ ਜੀ। ਹੋਰ ਗਲੋਬਲ ਪਿੰਡ 'ਚ ਹੈ ਕਿ ਗਲੋਬਲ ਪਿੰਡ ਜਿਹੜਾ ਵਰਲਡ ਨੂੰ ਬਣਾਉਣ ਦੇ ਚਾਹੁੰਦੇ ਨੇ, ਉਹ ਇਹ ਨਹੀਂ ਹੈ ਵੀ ਤੁਹਾਨੂੰ ਫੈਡਰਲ ਅਧਿਕਾਰ ਦੇ ਦੇਣਗੇ। ਉਹ ਕਹਿੰਦੇ ਨਹੀਂ, ਕਹਿੰਦੇ ਤਾਂ ਇਹ ਹੈ ਕਿ ਘਬਰਾਈ ਨਾ ਜਗਸੀਰ ਸਿਆਂ, ਜਿਵੇਂ ਮੋਦੀ ਕਹਿੰਦਾ ਅੱਜ ਵੀ ਨਾ ਜੀ ਇਹ ਜਿਹੜੇ ਤਿੰਨੇ ਅਸੀਂ ਆਰਡੀਨੈਂਸ ਲਿਆਂਦੇ ਤਾਂ ਅਸੀਂ ਲੋਕਾਂ ਦੇ ਹੱਕ 'ਚ ਹੈ, ਪਰ ਐਕਚੁਅਲੀ ਤੂੰ ਕੀ ਸਮਝਦਾ ਇਹ ਲੋਕਾਂ ਦੇ ਹੱਕ 'ਚ ਨੇ। ਉਵੇਂ ਉਹ ਕਹਿੰਦੇ ਆ ਕੋਈ ਜਗਸੀਰ ਸਿੰਘ ਦੇਖੀ ਸਹੀ, ਤੇਰੇ ਕਲਚਰ ਨੂੰ ਅਸੀਂ ਕਿਵੇਂ ਮਰਨ ਦੇ ਦਿਆਂਗੇ, ਤੇਰੇ ਇਤਿਹਾਸ ਨੂੰ ਅਸੀਂ ਕਿਵੇਂ ਮਰਨ ਦੇ ਦਿਆਂਗੇ। ਉਹ ਗਲੋਬਲ ਪਿੰਡ ਵਾਲੇ ਕਹਿੰਦੇ ਆ ਨਹੀਂ ਤੁਹਾਡਾ ਤਾਂ ਉਵੇਂ ਹੀ ਰਹੂਗਾ। ਐਕਚੁਅਲੀ ਪੋਜੀਸ਼ਨ ਇਹ ਹੈ, ਮੈਂ ਜਦੋਂ ਖਦਰ ਤੋਂ ਮੂਸਾ ਪੜ੍ਹਿਆ ਸੀ, ਜੀ, ਯਹੂਦੀਆਂ ਦਾ
ਪੈਗੰਬਰ ਜੀ ਇਹ ਉਹਦੀ ਮਤਲਬ ਥਾਟ ਹੈ, ਅੱਜ ਦਾ ਨਹੀਂ ਹੈ। ਇੱਕ ਵਰਡ ਉਹ ਕਹਿੰਦਾ ਸੀ ਯਹੂਦੀਆਂ ਦਾ ਸਾਰੀ ਦੁਨੀਆ ਦੇ ਉੱਤੇ ਰਾਜ ਹੋਣਾ ਚਾਹੀਦਾ, ਉਹ ਤਾਂ ਕਹਿ ਗਿਆ ਤੇ ਯਹੂਦੀਆਂ ਨੇ ਪੁੱਤ ਇਸ 'ਤੇ ਅਮਲ ਕੀਤਾ। ਤੇ ਜਿਹੜਾ ਉਹ ਥਿੰਕ ਟੈਂਕ ਹੈ ਉਹਦੇ ਵਿੱਚ ਘੱਟੋ ਘੱਟ, ਮੇਰੀ ਤਾਂ ਨਹੀਂ ਨੌਲੇਜ ਨਹੀਂ, ਲੇਕਿਨ ਮੈਨੂੰ ਇੰਨਾ ਪਤਾ ਵੀ ਉਹਦੇ ਵਿੱਚ 55% ਯਹੂਦੀ ਹੈ ਥਿੰਕ ਟੈਂਕ 'ਚ। ਜੀ ਜੀ ਬਿਲਕੁਲ। ਉਹੀ ਗਲੋਬਲ ਪਿੰਡ ਵਾਲਾ ਆ ਰਿਹਾ ਹੈ। ਇਹ ਗਲੋਬਲ ਪਿੰਡ ਜਦੋਂ ਬਣਿਆ, ਨੇੜੇ ਤਾਂ ਅੱਜ ਆ ਗਿਆ, ਹੁਣ ਨੇੜੇ, ਹੁਣ ਕੀ ਦੂਰ ਹੈ, ਹੁਣ ਨੇੜੇ ਨੇ। ਹਿੰਦੁਸਤਾਨ ਕੀ ਦੁਨੀਆ ਦੇ ਜਿਹੜੇ ਮਤਲਬ ਇਤਿਹਾਸ ਹੈ, ਦੁਨੀਆ ਦੇ ਜਿਹੜੇ ਕਲਚਰ ਨੇ, ਦੁਨੀਆ ਦੀ ਜਿਹੜੀ ਰੋਟੀ ਹੈ, ਇਹ ਖਿੰਡ ਜਾਣੀ ਹੈ, ਖਤਮ ਹੋ ਜਾਣੀ ਹੈ। ਮੈਂ ਇਹਦੇ ਹੱਕ 'ਚ ਨਹੀਂ। ਕਲਚਰ ਆਵੇ, ਅੰਗਰੇਜ਼ ਬੈਠਾ, ਮੈਂ ਬੈਠਾ, ਅਸੀਂ ਇੱਕ ਦੂਜੀ ਕਨਵਰਸੇਸ਼ਨ ਕਰੀਏ, ਗੱਲਬਾਤ ਕਰੀਏ, ਉਹ ਕੁਛ ਮੈਥੋਂ ਸਿੱਖੇ, ਮੈਂ ਤੋਂ ਕੁਛ ਸਿੱਖਾਂ, ਸਹਿਜ ਰੂਪ 'ਚ ਨਾ। ਅਤੇ ਜਦੋਂ ਤੁਸੀਂ ਕੋਈ ਵੀ ਮਤਲਬ ਕਲਚਰ ਨੂੰ ਦੂਜੇ ਕਲਚਰ 'ਤੇ ਠੋਸ ਦਿਓ, ਇਹ ਹਮਲਾ ਹੈ। ਸੋ ਇਹ ਨਹੀਂ ਹੋਣਾ। ਬਾਕੀ ਰਹੀ ਇਹ ਗੱਲ, ਮੈਂ ਫੇਰ ਦੁਹਰਾ ਦਿੰਦਾ, ਸਪਸ਼ਟ ਕਰ ਦਿੰਦਾ ਕਿ ਇਹ ਨੌਜਵਾਨ ਤਬਕਾ ਜੇ ਨਾ ਸਾਂਭਿਆ ਗਿਆ, ਇਹਨੂੰ ਮੋੜਾ ਨਾ ਦਿੱਤਾ ਗਿਆ ਲੈਫਟ ਮੂਵਮੈਂਟ ਤੋਂ, ਇਹ ਕਦੇ ਵੀ ਲਹਿਰ ਨਾਲ ਖੜੂਗਾ ਨਹੀਂ। ਪਿਛਲੇ ਸਮੇਂ 'ਚ ਹੀ ਪਿਆ ਪੰਜਾਬ ਦੇ ਅੰਦਰ, ਬਾਬਿਆਂ ਨੇ ਰਜਵਾੜਿਆਂ ਦੇ ਵਿਰੁੱਧ ਜਦੋਜਹਿਦ ਕੀਤੀ। ਧਰਮ ਸਿੰਘ ਫੱਕਰ ਹੋ ਨੇ, ਜਗੀਰ ਸਿੰਘ ਜੋਗਾ ਵਰਗਿਆਂ ਨੇ, ਠੀਕਰੀਵਾਲ, ਸਰਦਾਰ ਸੇਵਾ ਸਿੰਘ ਠੀਕਰੀਵਾਲ, ਇਹਨਾਂ ਨੇ ਦਿੱਤੀ ਹੈ। ਰਜਵਾੜੇ ਤੋਂ ਜ਼ਮੀਨ ਖੋਹ ਲਈ, ਖੋਹ ਕੇ ਜਦੋਂ ਵੰਡਣ ਲੱਗੇ